ਸਿੱਖ ਚੈਨਲ ਦੇਖ ਰਹੇ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸਿੰਘ ਸੂਰਮੇ ਲੈ ਕੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗਦਲੀ, ਜਿਹੜਾ ਕਿ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਪਿੰਡ ਆ। ਇਹ ਉਹੀ ਪਿੰਡ ਆ ਜਿੱਥੇ ਹਰਜਿੰਦਰ ਸਿੰਘ ਜਿੰਦਾ ਨੇ ਜਨਮ ਲਿਆ ਤੇ ਆਪਣੀ ਮੁੱਢਲੀ ਸਿੱਖਿਆ ਜਿਹੜੀ ਆ ਇਸੇ ਹੀ ਪਿੰਡ ਤੋਂ ਉਹਨਾਂ ਨੇ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਐਡਮਿਸ਼ਨ ਲਈ ਤੇ BA ਭਾਗ ਦੂਜਾ ਦੇ ਵਿੱਚ ਉਹ ਪੜ੍ਹ ਰਹੇ ਸਨ ਜਿਸ ਵੇਲੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਬਾਅਦ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੋਨਾਂ ਨੇ ਰਲ ਕੇ ਆਰਮੀ ਚੀਫ ਅਰੁਣ ਵੈਦਿਆ ਨੂੰ ਸੋਧਾ ਲਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਭਾਰਤੀ ਹਕੂਮਤ ਨੇ ਇਹਨਾਂ ਦੋਨਾਂ ਸੂਰਮਿਆਂ ਨੂੰ ਫਾਂਸੀ ਦੇ ਤਖਤੇ ਦੇ ਉੱਤੇ ਚਾੜ ਦਿੱਤਾ। ਸੋ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ 9 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਸਬੰਧ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਪਹੁੰਚਣਗੀਆਂ। ਸੋ ਅਸੀਂ ਸਿੱਖ ਚੈਨਲ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਇਸ ਸ਼ਹੀਦੀ ਸਮਾਗਮ ਦੇ ਵਿੱਚ ਜ਼ਰੂਰ ਹਾਜ਼ਰੀ ਭਰੋ। ਤੇ ਅਸੀਂ ਇਸ ਵੇਲੇ ਖੜੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਮਸ਼ਹੂਰ ਪਿੰਡ ਗਦਲੀ ਤੇ ਉਸ ਗੇਟ ਦੇ ਮੂਹਰੇ ਅਸੀਂ ਖੜੇ ਹਾਂ ਜਿਹੜਾ ਪਿੰਡ ਗਦਲੀ ਹਰਜਿੰਦਰ ਸਿੰਘ ਜਿੰਦਾ ਦੇ ਪਿੰਡ ਨੂੰ ਰਸਤਾ ਜਾਂਦਾ ਆ। ਆਓ ਚੱਲਦੇ ਹਾਂ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਪਿੰਡ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਜੀਵਨ ਦੇ ਸਬੰਧ ਦੇ ਵਿੱਚ, ਉਹਨਾਂ ਦੀ ਸ਼ਹਾਦਤ ਦੇ ਸਬੰਧ ਦੇ ਵਿੱਚ ਕੁਝ ਗੱਲਾਂ ਸਾਂਝੀਆਂ ਕਰਾਂਗੇ। ਸੋ ਅਸੀਂ ਪਹੁੰਚੇ ਹਾਂ ਪਿੰਡ ਗਦਲੀ ਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਹੋਰਾਂ ਦੇ ਘਰ ਦੇ ਬਾਹਰ ਖੜੇ ਹਾਂ ਤੇ ਆਓ ਚੱਲਦੇ ਹਾਂ ਘਰ ਦੇ ਅੰਦਰ ਤੇ ਪਰਿਵਾਰਕ ਮੈਂਬਰਾਂ ਨਾਲ ਕਰਦੇ ਹਾਂ ਗੱਲਬਾਤ। ਸਿੱਖ ਚੈਨਲ ਦੇਖ ਰਹੀਆਂ ਸਾਰੀਆਂ ਹੀ ਇਸ ਸੰਗਤਾਂ ਨੂੰ ਦੱਸਦੀ ਹੈ ਕਿ ਅਸੀਂ ਇਸ ਵੇਲੇ ਮੌਜੂਦ ਹਾਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਹੋਰਾਂ ਦੇ ਘਰ ਦੇ ਵਿੱਚ ਤੇ ਮੇਰੇ ਨਾਲ ਇਸ ਵੇਲੇ ਉਹਨਾਂ ਦੇ ਪਰਿਵਾਰਕ ਮੈਂਬਰ, ਉਹਨਾਂ ਦੇ ਵੱਡੇ ਭਾਈ ਸਾਹਿਬ ਭਾਈ ਨਿਰਪੈਲ ਸਿੰਘ ਜੀ ਤੇ ਭਾਈ ਭੁਪਿੰਦਰ ਸਿੰਘ ਜੀ। ਭਾਈ ਹਰਜਿੰਦਰ ਸਿੰਘ ਜਿੰਦਾ ਜਿਹੜੇ ਆ ਉਹ 3 ਭਰਾ ਸਨ ਤੇ ਇੱਕ ਉਹਨਾਂ ਦੀ ਭੈਣ ਸੀ ਤੇ ਦੋਨੋਂ ਹੀ ਉਹਨਾਂ ਦੇ ਵੱਡੇ ਭਰਾ ਇਸ ਵੇਲੇ ਮੇਰੇ ਨਾਲ ਮੌਜੂਦ ਨੇ। ਸੋ आओ भाई साहब के नाल गलबात करते हैं तो
ਜਾਣਦੇ ਹਾਂ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਕਿਸ ਤਰ੍ਹਾਂ ਉਹਨਾਂ ਦਾ ਜੀਵਨ ਸੀਗਾ ਤੇ ਸੁਭਾਅ ਉਹਨਾਂ ਦਾ ਕਿਸ ਤਰ੍ਹਾਂ ਦਾ ਸੀਗਾ। ਸੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਸਾਹਿਬ ਭਾਈ ਨਿਰਪੈਲ ਸਿੰਘ ਉਹਨਾਂ ਨਾਲ ਫਤਿਹ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜੇਕਰ ਗੱਲ ਕਰੀਏ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਹੋਣਾ ਦੀ, ਤਾਂ ਉਹਨਾਂ ਦਾ ਜਨਮ ਜਿਹੜਾ ਆ ਉਹ ਕਦੋਂ ਹੋਇਆ ਤੇ ਸੁਭਾਅ ਕਿਸ ਤਰ੍ਹਾਂ ਦਾ ਸੀ ਉਹਨਾਂ ਦਾ? ਉਹ ਵੀਰ ਜੀ ਇਸ ਤਰ੍ਹਾਂ ਵੀ ਉਹਨਾਂ ਦਾ ਜਨਮ 1961 ਦੇ ਵਿੱਚ ਹੋਇਆ ਵਾ। ਜੀ ਜੀ। ਪਿੰਡ ਗਦੜੀ ਵਿੱਚ ਹੀ ਹੋਇਆ ਜੀ, ਸਾਡੇ ਇਹ ਘਰ ਵਿੱਚ ਹੀ ਹੋਇਆ ਜੀ। ਹਾਂਜੀ ਹਾਂਜੀ। ਉਹਨਾਂ ਦਾ ਜਿਹੜਾ ਸੁਭਾਅ ਬੜਾ ਚਲਾਕ ਚੁਸਤ, ਜੀ, ਬੜਾ ਫਾਰਵਰਡ ਕਿਸਮ, ਵਧੀਆ ਕਿਸਮ ਦਾ ਸੀ, ਬੜਾ ਤੇਜ਼ ਸੀ। ਹਾਂਜੀ। ਤੇ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੇ ਵਿੱਚ ਮੁੱਢਲੀ ਸਿੱਖਿਆ ਜਿਹੜੀ ਉਹਨਾਂ ਨੇ ਪਿੰਡ ਦੇ ਵਿੱਚੋਂ ਹੀ ਹਾਸਲ ਕੀਤੀ ਜਾਂ ਕਿਤੇੋਂ ਹੋਰ ਵੀ? ਮੁੱਢਲੀ ਵਿਦਿਆ ਉਹਨਾਂ ਨੇ ਸਾਡੇ ਪਿੰਡ ਗਦੜੀ ਤੋਂ ਹੀ ਪ੍ਰਾਇਮਰੀ ਸਿੱਖਿਆ ਇੱਥੋਂ ਕਿ ਲਈ ਆ। ਜੀ ਜੀ। ਤੇ ਉਸ ਤੋਂ ਬਾਅਦ ਗਹਿਰੀ ਮੰਡੀ ਤੋਂ 10ਵੀਂ ਪਾਸ ਕੀਤੀ ਆ। ਜੀ। ਤੇ ਹਾਇਰ ਸੈਕੰਡਰੀ ਉਹਨਾਂ ਨੇ ਜੰਡਿਆਲਾ ਗੁਰੂ ਤੋਂ ਕੀਤੀ ਆ। ਜੀ। ਇਸ ਤੋਂ ਬਾਅਦ ਉਹ ਕਾਲਜ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਨ ਚਲੇ ਗਏ ਜੀ। ਜੀ ਜੀ। ਹਾਂਜੀ। ਉਸ ਸਮੇਂ ਜਦੋਂ ਖਾਲਸਾ ਕਾਲਜ ਪੜ੍ਹਦੇ ਸੀਗੇ ਤਾਂ ਉਸ ਸਮੇਂ ਫਿਰ BA ਸੈਕੰਡ ਈਅਰ ਦੇ ਵਿੱਚ ਪੜ੍ਹਦਿਆਂ ਉਹਨਾਂ ਦੇ ਕੀ ਮਨ ਦਾ ਵਿਚਾਰ ਬਣਿਆ, ਕੀ ਕੁਝ ਆਇਆ? ਕੁਛ ਜ਼ਿਕਰ ਉਹਨਾਂ ਨੇ ਉਸ ਚੀਜ਼ ਦਾ ਪਰਿਵਾਰ ਨਾਲ ਵੀ ਕੀਤਾ ਕਿ ਮੈਂ ਇਸ ਲਹਿਰ ਦੇ ਨਾਲ ਜੁੜਨ ਜਾ ਰਿਹਾ ਜਾਂ ਕੀ ਕੁਝ? ਉਹ ਇਸ ਤਰ੍ਹਾਂ ਹੀ ਸਾਡੀ 'ਚ ਰੁਚੀ ਸੀ ਉਹਨਾਂ ਨੂੰ ਬੜੀ ਪੜ੍ਹਾਉਣ ਦੀ। ਜੀ। ਪਹਿਲਾਂ ਤਾਂ ਉਹਨਾਂ ਨੂੰ BSc ਦੇ ਵਿੱਚ ਮੈਡੀਕਲ 'ਚ ਰਖਾਇਆ ਸੀ, ਫਿਰ ਬਾਅਦ 'ਚ ਉਹਨਾਂ ਨੇ ਆਰਟਸ ਰੱਖ ਲਈ। ਉਹ ਫੈਡਰੇਸ਼ਨ ਦੇ ਜਿਹੜੇ ਮੁੰਡੇ ਸੀ ਨਾ ਜੀ, ਉਹਨਾਂ ਦੇ ਨਾਲ ਉਹਨਾਂ ਦਾ ਰਾਬਤਾ ਹੋ ਗਿਆ। ਹਰਮਿੰਦਰ ਸੰਧੂ ਜਿਹੜਾ ਫੈਡਰੇਸ਼ਨ ਦਾ ਜਨਰਲ ਸੈਕਟਰੀ ਸੀ, ਉਹਦੇ ਨਾਲ ਬੜਾ ਪਿਆਰ ਸੀ। ਉਹਨਾਂ ਦੇ ਰਾਹੀਂ ਉਹ ਸੰਪਰਕ 'ਚ ਆਇਆ ਭਾਈ ਅਮਰੀਕ ਸੋਹਣਾ ਦੇ ਨਾਲ, ਭਾਈ ਹਰਮਿੰਦਰ ਸਿੰਘ ਸੰਧੂ। ਹਾਂਜੀ। ਤੇ ਉੱਥੇ ਵੀ ਉਹਨੇ ਅੰਡਰ ਉਦੋਂ ਗਤੀਵਿਧੀਆਂ ਚਾਲੂ ਰੱਖੀਆਂ ਸੀ ਸੰਤਾਂ ਦੇ ਵੇਲੇ। ਸੰਤਾਂ ਨਾਲ ਵੀ ਬੜਾ ਪਿਆਰ ਸੀ। ਇੱਕ ਵਾਰ ਉਹਨਾਂ ਦੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਵੀ ਲੜਾਈ ਹੋ ਗਈ ਤੇ ਉਦੋਂ ਵੀ ਮਾਮਲਾ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਪਾਸ ਪਹੁੰਚਿਆ ਸੀ ਤੇ ਬੜੇ ਪਿਆਰ ਦੇ ਨਾਲ ਸੰਤਾਂ ਨੇ ਨਾਲ ਮਸਲਾ ਸੁਲਝਾ ਕੇ ਤੇ ਫਿਰ ਉਹਨਾਂ ਨੇ ਆਖਿਆ ਸੰਤ ਜੀ ਸਾਨੂੰ ਪਰਖ ਕੇ ਤੇ ਵੇਖੋ। ਫਿਰ ਉਹਨਾਂ ਨੇ ਆਪਣਾ ਸਾਰਾ ਜੀਵਨ ਹੀ ਉੱਧਰ ਨੂੰ ਲਾ ਦਿੱਤਾ। ਸਿੱਖ ਸੰਘਰਸ਼ ਦੇ ਵਿੱਚ ਹੀ ਅੱਜ ਤੱਕ ਸਾਰੀ ਕੌਮ ਜਾਣਦੀ ਆ ਜੀ। ਹਾਂਜੀ। ਫਿਰ ਜਦੋਂ ਸੰਘਰਸ਼ ਦੇ ਨਾਲ ਜੁੜੇ ਉਸ ਦੌਰ ਦੇ ਵਿੱਚ ਫਿਰ ਘਰੇ ਵੀ ਆਉਂਦੇ ਰਹੇ, ਗੇੜਾ ਮਾਰਦੇ ਰਹੇ ਘਰੇ ਵੀ? ਨਹੀਂ ਜੀ, ਉਸ ਤੋਂ ਬਾਅਦ ਜਦੋਂ 84 ਤੋਂ ਬਾਅਦ ਰੂਪੋਸ਼ ਹੋ ਗਿਆ, ਫਿਰ ਉਹਨਾਂ ਨੇ ਪਿੰਡ ਵੱਲ ਨਹੀਂ ਵੇਖਿਆ ਉਹਨਾਂ ਨੇ। ਫਿਰ ਇਹਨਾਂ ਨੇ ਆਪਣੀਆਂ ਗਤੀਵਿਧੀਆਂ ਜਿੱਥੇ ਵੀ ਸਿੱਖ ਮੂਵਮੈਂਟ ਦੀਆਂ ਸਾਰੀਆਂ ਚਾਲੂ ਰੱਖੀਆਂ ਤੇ ਕਰਦੇ ਰਹੇ ਜੋ ਵੀ। ਹਾਂਜੀ। ਸੋ ਬਿਲਕੁਲ ਭਾਈ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਹ ਇਸ ਲਹਿਰ ਦੇ ਨਾਲ ਜੁੜੇ ਅਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਆਪਣੇ ਘਰ ਜਿਹੜਾ ਉਹ ਵੀ ਆਉਣਾ ਬੰਦ ਕਰ ਦਿੱਤਾ, ਰੂਪੋਸ਼ ਹੋ ਗਏ। ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਭਾਈ ਹਰਜਿੰਦਰ ਸਿੰਘ ਜਿੰਦਾ ਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਅਸੀਂ ਭਾਈ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਅਤੇ ਜਿਹੜਾ ਜਦੋਂ ਇਸ ਸੰਘਰਸ਼ ਦੇ ਨਾਲ ਜੁੜੇ ਉਹਨਾਂ ਨੇ ਦੇਖਿਆ ਜੋ ਕੁਝ ਹੋਇਆ, ਆਪਰੇਸ਼ਨ ਬਲੂ ਸਟਾਰ ਹੋਇਆ ਅਤੇ ਸੁਖਦੇਵ ਸਿੰਘ ਸੁੱਖਾ ਜਿਹੜੇ ਸੀਗੇ ਉਹਨਾਂ ਦਾ ਮੇਲ ਕਿਸ ਤਰ੍ਹਾਂ ਭਾਈ ਹਰਜਿੰਦਰ ਸਿੰਘ ਜਿੰਦਾ ਨਾਲ ਹੋਇਆ? ਭਾਈ ਸੁਖਦੇਵ ਸਿੰਘ ਸੁੱਖਾ ਜਿਹੜੀ ਇਹ ਰਾਜਸਥਾਨ ਤੋਂ ਸਾਡੇ ਨਾਨਕਿਆਂ ਤੋਂ ਸੀ ਜੀ। ਸਾਡੇ ਵੱਡੇ ਮਾਮਾ ਜੀ ਦਾ ਬੇਟਾ ਬਲਜਿੰਦਰ ਸਿੰਘ ਰਾਜੂ ਉਹਨਾਂ ਦਾ ਦੋਸਤ ਸੀ ਜੀ ਜੀ। ਤੇ ਭਾਈ ਹਰਜਿੰਦਰ ਸਿੰਘ ਜਿੰਦਾ ਜਦੋਂ ਆਪਣੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਨਾ ਜੀ, ਉਦੋਂ ਭਾਈ ਹਰਜਿੰਦਰ ਸਿੰਘ ਉੱਥੇ ਰਾਜਸਥਾਨ 28 ਪਿੰਡ 'ਚ ਗਏ ਜੀ। ਉੱਥੇ ਨਾਲ ਬਲਜਿੰਦਰ ਸਿੰਘ ਰਾਜੂ ਨੂੰ ਲੈ ਕੇ ਤੇ ਨਾਲ ਸੁਖਦੇਵ ਸਿੰਘ ਸੁੱਖਾ ਜਿਹੜਾ ਸੀ ਇਹ ਬਲਜਿੰਦਰ ਸਿੰਘ ਰਾਜੂ ਦਾ ਦੋਸਤ ਸੀ ਜੀ। ਇਹਨਾਂ ਤਿੰਨਾਂ ਨੇ ਸਲਾਹ ਕਰਕੇ ਕਿ ਅਸੀਂ ਦਰਬਾਰ ਸਾਹਿਬ ਦਾ ਬਦਲਾ ਲੈਣਾ। ਇਹ ਤਿੰਨੇ ਸਲਾਹ ਕਰਕੇ ਤੇ ਪਾਕਿਸਤਾਨ ਉੱਥੋਂ ਬਾਰਡਰ ਨੇੜੇ ਪੈ ਜਾਂਦਾ ਤੇ ਪਾਕਿਸਤਾਨ ਚਲੇ ਗਏ। ਪਾਕਿਸਤਾਨ ਜਾ ਕੇ ਇਹਨਾਂ ਨੇ ਉਹਨਾਂ ਕੋਲ ਹਥਿਆਰ ਮੰਗੇ ਪਾਕਿਸਤਾਨ ਵਾਲਿਆਂ ਕੋਲ ਤੇ ਉਹਨਾਂ ਨੇ ਇਹਨਾਂ ਨੂੰ ਹਥਿਆਰ ਨਹੀਂ ਦਿੱਤੇ। ਉਹ ਕਹਿੰਦੇ ਵੀ ਸਾਡੇ ਕੋਲ ਘੱਟ ਤੋਂ ਘੱਟ ਤੁਸੀਂ ਸਾਰ ਰਹੋਗੇ, ਤੁਹਾਨੂੰ ਇਹ ਪਰਖਾਂਗੇ ਤੇ ਤੁਹਾਨੂੰ ਹਥਿਆਰ ਦੇਵਾਂਗੇ। ਇਹਨਾਂ ਨੇ ਕਿਹਾ ਵੀ ਜੇ ਤੁਸੀਂ ਸਾਨੂੰ ਹਥਿਆਰ ਨਹੀਂ ਦੇਣੇ ਤੇ ਅਸੀਂ ਜੇ ਘਰ ਹੀ ਬੈਠਣਾ ਹੈ ਤੇ ਫਿਰ ਅਸੀਂ ਪਿੰਡ ਵੀ ਬੈਠ ਸਕਦੇ ਹਾਂ। ਉੱਥੋਂ ਖਾਲੀ ਹੱਥ ਵਾਪਸ ਆ ਗਏ। ਖਾਲੀ ਹੱਥ ਵਾਪਸ ਆ ਕੇ ਭਾਈ ਹਰਜਿੰਦਰ ਸਿੰਘ ਤੇ ਮੈਨੂੰ ਉੱਥੇ ਅੰਮ੍ਰਿਤਸਰ ਮਿਲਿਆ। ਸਾਡੀ ਭੂਆ ਜੀ ਦਾ ਘਰ ਵਾ, ਉੱਥੇ ਬੁਲਾਇਆ ਗਿਆ। ਸਾਡੇ ਘਰ 'ਚ ਥੋੜ੍ਹੀ ਬਹੁਤੀ ਪੁਲਿਸ ਪੈਂਟ ਹੈ ਵੀ। ਮੈਂ ਉੱਥੇ ਜਾ ਕੇ ਭਾਈ ਸਾਹਿਬ ਨੂੰ ਮਿਲਿਆ ਤੇ ਭਾਈ ਸੁਖਦੇਵ ਸਿੰਘ ਜੀ ਹੁਣੇ ਇਹਨਾਂ ਦਾ ਮਿਲ ਕੇ ਤੇ ਮੁੜ ਕੇ ਇਹ ਦਿੱਲੀ ਚਲੇ ਗਏ। ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਤੇ ਉਦੋਂ ਬਾਅਦ 'ਚ ਇੱਕਦਮ ਵਾਰਦਾਤਾਂ ਬੰਦ ਹੋ ਗਈਆਂ ਸੀ
ਤੇ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਤੇ ਇਹਨਾਂ ਦੇ ਹੋਰ ਜਿਹੜੇ ਸਾਥੀ ਸੀ, ਇਹਨਾਂ ਨੇ ਦਿੱਲੀ ਵਿੱਚ ਜਾ ਕੇ ਲਲਿਤ ਮਾਕਨ ਨੂੰ ਮਾਰਿਆ। ਲਲਿਤ ਮਾਕਨ ਉਹ ਬੰਦਾ ਸੀ ਰਾਸ਼ਟਰਪਤੀ ਸ਼ੰਕਰ ਦਾਸ ਸ਼ਰਮਾ ਦਾ ਉਸ ਟਾਈਮ ਦਾ ਉਹਦਾ ਜਵਾਈ ਸੀ। ਇਹਨਾਂ ਨੇ ਕੀਤਾ ਕਿ ਲਲਿਤ ਮਾਕਨ ਨੇ ਤੇ ਅਰਜਨ ਦਾਸ ਤੇ ਹੋਰ ਉੱਥੋਂ ਦੇ ਜਿਹੜੇ ਲੀਡਰ ਸੀ, ਇਹਨਾਂ ਨੇ ਸਿੱਖਾਂ ਦੇ ਗਲਾਂ 'ਚ ਟਾਇਰ ਪਵਾ ਅੱਗਾਂ ਲਵਾਈਆਂ ਸੀ। ਹਜ਼ਾਰਾਂ ਸਾਡੇ ਉੱਥੇ ਸਿੰਘ ਸਿੰਘਣੀ ਭੁਜੰਗੀ ਸ਼ਹੀਦ ਕੀਤੇ ਸੀ। ਉਹ ਬਦਲਾ ਲੈਣ ਵਾਸਤੇ ਇਹਨਾਂ ਨੇ ਲਲਿਤ ਮਾਕਨ ਨੂੰ ਉਸ ਟਾਈਮ ਤੇ ਸੋਧਿਆ। ਮਾਕਨ ਦੇ ਨਾਲ ਉਹਦੀ ਘਰ ਦੀ ਵੀ ਮਾਰੀ ਗਈ ਸੀ। ਇਹਨਾਂ ਕੋ ਇਹ ਨਹੀਂ ਚਾਹੁੰਦੇ ਵੀ ਉਹਦੀ ਘਰ ਦੀ ਨੂੰ ਮਾਰਨਾ, ਪਰ ਇਹਨਾਂ ਕੋ ਇੰਨਾ ਟਾਈਮ ਨਹੀਂ ਹੈਗਾ। ਜੇ ਉਹਨੂੰ ਛੱਡਦੇ ਸੀ ਤੇ ਮਾਕਨ ਵੀ ਵੱਜਦਾ ਸੀ। ਇਹ ਕਰਕੇ ਮਜਬੂਰੀ ਕਰਕੇ ਉਹ ਉੱਤੇ ਉਹਦੇ ਲੰਮੇ ਪੈਣ ਕਰਕੇ ਉਹਦੀ ਘਰ ਦੀ ਵੀ ਨਾਲ ਮਾਰੀ ਗਈ। ਉਸ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਤੇ ਇਹਨਾਂ ਦੇ ਸਾਥੀ ਭਾਈ ਸੁਖਦੇਵ ਸਿੰਘ ਹੋਣੀ ਅਰਜਨ ਦਾਸ ਨੂੰ ਉੱਥੇ ਦਿੱਲੀ ਵਿੱਚ ਇਹਨਾਂ ਸੋਧਿਆ। ਅਰਜਨ ਦਾਸ ਜਿਹੜਾ ਸੀ ਇਹ ਇੰਦਰਾ ਗਾਂਧੀ ਦਾ ਤੀਜਾ ਪੁੱਤ ਅਖਵਾਉਂਦਾ ਸੀ। ਇਹਨਾਂ ਨੇ ਵੀ ਮਾਕਨ ਵਾਲਾ ਹੀ ਕੰਮ ਕੀਤਾ ਹੈ ਵੀ ਇਹਨਾਂ ਦਾ ਲੇਬਰ ਲਾਵਰ ਇਹਨਾਂ ਕੋਲ ਜ਼ਿਆਦਾ ਸੀ। ਕਾਫੀ ਲੇਬਰ ਸੀ ਇਹਨਾਂ ਕੋਲ। ਇਹਨਾਂ ਨੇ ਪੈਸਾ ਦੇ ਕੇ ਤੇਲ ਦੇ ਕੇ ਜਾਂ ਕਿੱਦਾਂ ਵੀ ਸਿੱਖਾਂ ਦਾ ਅਤਿਆਚਾਰ ਕਰਵਾਇਆ ਉੱਥੇ। ਫਿਰ ਅਰਜਨ ਦਾਸ ਨੂੰ ਵੀ ਇਹਨਾਂ ਉੱਥੇ ਜਾ ਕੇ ਸੋਧਿਆ। ਇਹਨਾਂ ਖਾਲਿਸਤਾਨ ਦੇ ਉੱਥੇ ਫਿਰ ਨਾਅਰੇ ਵੀ ਲਾਏ। ਪੱਗ ਬੰਨ੍ਹ ਕੇ ਭਾਈ ਸਾਹਿਬ ਉੱਥੇ ਗਿਆ ਸੀ। ਤੇ ਉਹਦੇ ਬਾਅਦ ਭਾਈ ਸਾਹਿਬ ਥੋੜ੍ਹੇ ਚਿਰ ਬਾਅਦ ਇਹਨਾਂ ਨੇ ਬੈਂਕ ਡਕੈਤੀ ਉੱਥੇ ਕੀਤੀ ਸੀ ਅਹਿਮਦਾਬਾਦ। ਉਹਦੇ ਵਿੱਚ ਸਾਡਾ ਇੱਕ ਰਿਸ਼ਤੇਦਾਰ ਫੜਿਆ ਗਿਆ। ਉਹਦਾ ਕਰਕੇ ਭਾਈ ਸਾਹਿਬ ਦਿੱਲੀ ਤੋਂ ਭਾਈ ਜਿੰਦਾ ਜਿਹੜਾ ਦਿੱਲੀ ਤੋਂ ਫੜਿਆ ਗਿਆ। ਉਹਦੇ ਫੜਨ ਕਰਕੇ ਤੇ ਭਾਈ ਜਦੋਂ ਜਿੰਦਾ ਫੜਿਆ ਗਿਆ ਤੇ ਇਹਦਾ ਤੇ ਨਾਂ ਤੱਕ ਵੀ ਉਹਨੂੰ ਇਹਦੇ ਕੋਲ ਪੁੱਛ ਨਹੀਂ ਸਕੇ। ਇਹ ਸਮਝਦਾ ਵੀ ਮੇਰਾ ਨਾਂ ਜਿਹੜਾ ਮੇਰੇ ਉਹ ਜਿਹੜੇ ਰਿਸ਼ਤੇਦਾਰ ਨੇ ਦੱਸ ਦਿੱਤਾ ਹੋਣਾ। ਫਿਰ ਇਹਨੇ ਇਹ ਕਰਕੇ ਇਹਨੂੰ ਪਤਾ ਨਾ ਲੱਗਾ ਵੀ ਇਹਨੇ ਫਿਰ ਦੱਸ ਦਿੱਤਾ ਵੀ ਮੈਂ ਹਰਜਿੰਦਰ ਸਿੰਘ ਜਿੰਦਾ ਹੀ ਆ। ਉਹਨਾਂ ਨੇ ਫਿਰ ਸੋਚਿਆ ਵੀ ਅਸੀਂ ਤੇ ਇੱਕ ਲਟੇਰਾ ਸਮਝ ਕੇ ਇਹਨੂੰ ਫੜਿਆ ਸੀ ਤੇ ਇਹ ਤਾਂ ਬੜਾ ਵੱਡਾ ਬੰਦਾ ਫੜਿਆ ਗਿਆ ਜਿਹੜਾ ਰੋਜ਼ ਅਖਬਾਰਾਂ 'ਤੇ ਆਉਂਦਾ ਸੀ ਵੀ ਕਦੀ ਰੈੱਡ ਅਲਰਟ ਹੁੰਦਾ ਸੀ, ਕਦੀ ਦਿੱਲੀ ਹੁੰਦਾ ਸੀ, ਕਦੀ ਪੂਨੇ ਹੁੰਦਾ ਸੀ, ਕਦੀ ਬੰਬੇ ਹੁੰਦਾ ਸੀ। ਪੰਜ ਥਾਵਾਂ 'ਤੇ ਭਾਈ ਜਿੰਦੇ ਨੂੰ ਕਹਿੰਦੇ ਵੇਖਿਆ ਜਾਂਦਾ ਸੀ। ਤੇ ਫਿਰ ਅਖਬਾਰਾਂ ਇਹੋ ਲਿਖਦੀਆਂ ਸੀ ਵੀ ਹਰਜਿੰਦਰ ਸਿੰਘ ਜਿੰਦਾ ਜਿਹੜਾ ਇਹ 'ਚ ਕੋਈ ਗੈਬੀ ਤਾਕਤ ਆ। ਪਤਾ ਨਹੀਂ ਲੱਗਦਾ ਇਹ ਕਿੱਥੇ ਗਾਇਬ ਹੋ ਜਾਂਦਾ। ਉਹ ਜਦੋਂ ਇਹ ਭਾਈ ਸਾਹਿਬ ਜੇਲ੍ਹ 'ਚ ਗਿਆ ਤੇ ਇੱਥੋਂ ਫਿਰ ਇਹਨੂੰ ਅਹਿਮਦਾਬਾਦ ਜੇਲ੍ਹ ਵਿੱਚ ਲੈ ਗਏ। ਅਹਿਮਦਾਬਾਦ ਜੇਲ੍ਹ 'ਚ ਭਾਈ ਸਾਹਿਬ ਦੱਸਦੇ ਵੀ ਉਹ ਚਿੱਠੀ ਪਾਈ ਉਹਨੇ ਭਾਈ ਸਾਹਿਬ ਨੇ ਵੀ ਮੈਨੂੰ ਘੱਟ ਤੋਂ ਘੱਟ ਵੀ 400-500 ਬੰਦਾ ਜਦੋਂ ਮੈਂ ਤਰੀਕ 'ਤੇ ਜਾਂਦਾ ਮੈਨੂੰ ਵੇਖਣ ਵਾਸਤੇ ਆਉਂਦਾ। ਤੇ ਭਾਈ ਹਰਜਿੰਦਰ ਸਿੰਘ ਨੇ ਉੱਥੋਂ ਦਾ ਜਿਹੜਾ ਜੇਲ੍ਹ ਸੁਪਰਡੈਂਟ ਸੀ ਉਹਦਾ ਨਾਂ ਉਹ ਮੁਸਲਮਾਨ ਸੀ। ਉਹਦੇ ਨਾਲ ਕਾਫੀ ਪਿਆਰ ਬਣਾ ਲਿਆ। ਕਹਿਣ ਲੱਗਾ ਵੀ ਮੇਰੇ ਕੋਲ ਤਾਂ ਕਰੋੜਾਂ ਰੁਪਏ ਆ ਤੇ ਮੈਨੂੰ ਤਾਂ ਕੋਈ ਲੋੜ ਨਹੀਂ। ਮੈਂ ਤਾਂ ਕੀ ਮੇਰੇ ਕਿਹੜੇ ਬੀਵੀ ਬੱਚੇ ਆ, ਮੈਂ ਤਾਂ ਹੁਣ ਜੇਲ੍ਹ 'ਚ ਰਹਿਣਾ ਚਾਹੁੰਦਾ, ਆਰਾਮ ਨਾਲ ਜ਼ਿੰਦਗੀ ਕੱਟਣੀ ਆ ਤੇ ਮੇਰੇ ਕੋਲ ਤਾਂ ਕਰੋੜਾਂ ਰੁਪਏ ਆ। ਉਹਨੂੰ ਕਹਿੰਦਾ ਵੀ ਚਲੋ, ਉਹਨੇ ਆਖਿਆ ਵੀ ਚਲੋ ਕੋਈ ਨਹੀਂ ਛੋਟੇ ਬਾਈ ਠੀਕ ਹੈ। ਉਹਦਾ ਤੂੰ ਮੈਨੂੰ ਭਾਈ ਕਹਿ ਦਿੱਤਾ ਤੇ ਜਾ ਇੱਥੋਂ 500 ਰੁਪਈਆ ਫਲਾਣੇ ਥਾਂ ਤੋਂ ਲੈ ਜਾ ਤੇ ਫਰੂਟ ਲੈ ਜਾ ਆਪਣੇ ਬੱਚਿਆਂ ਵਾਸਤੇ। ਉਹ ਆਂਦਾ ਨਹੀਂ ਕੋਈ ਬਾਤ ਨਹੀਂ, ਕੋਈ ਬਾਤ ਨਹੀਂ। ਆਂਦਾ ਨਹੀਂ ਜੋ ਭਾਈ ਕਿਉਂ ਕਹਿ ਦਿੱਤਾ, ਮੈਂ ਕੀ ਕਰਨੇ ਨੇ ਪੈਸੇ, ਕੋਸ਼ਿਸ਼ ਵੀ ਮੈਂ ਤਾਂ ਤੁਹਾਨੂੰ ਦੇ ਦੂੰਗਾ ਜਾਂ ਇੱਦਾਂ ਵੰਡ ਦੂੰਗਾ। ਉਹਦੇ ਮਨ 'ਚ ਵੀ ਕੋਈ ਲਾਲਚ ਆ ਗਿਆ ਤੇ ਉਹ ਇਹਦੇ ਨਾਲ ਕਾਫੀ ਪਿਆਰ ਕਰਨ ਲੱਗ ਪਿਆ। ਉਹਦੇ ਬੀਵੀ ਬੱਚੇ ਵੀ ਜੇਲ੍ਹ ਸੁਪਰਡੈਂਟ ਦੇ ਇਹਨੂੰ ਮਿਲਣ ਵਾਸਤੇ ਆਏ। ਉਹਨਾਂ ਵੀ ਸੋਚਿਆ ਵੀ ਭਾਈ ਜਿੰਦਾ ਪਤਾ ਨਹੀਂ ਕੀ ਚੀਜ਼ ਦਾ ਅਸੀਂ ਵੇਖ ਕੇ ਆਉਂਦੇ ਹਾਂ। ਉਹ ਵੇਖ ਕੇ ਆਇਆ। ਉਹਦੇ ਬਾਅਦ 'ਚ ਫਿਰ ਇਹ ਉੱਥੋਂ ਅਹਿਮਦਾਬਾਦ ਜੇਲ੍ਹ 'ਚੋਂ ਭਾਈ ਜਿੰਦਾ ਫਰਾਰ ਹੋ ਜਾਂਦਾ। ਇਹ ਜਦੋਂ ਉੱਥੋਂ ਫਰਾਰ ਹੁੰਦੇ ਆ ਤੇ ਜਿਹੜਾ ਜਰਨਲ ਵੈਦਿਆ ਉਸ ਨੂੰ ਬਾਅਦ ਦੇ ਵਿੱਚ ਸੋਧਾ ਲਾਉਂਦੇ ਆ। ਹਾਂਜੀ, ਜਰਨਲ ਵੈਦਿਆ ਨੂੰ ਜਦੋਂ ਉੱਥੋਂ ਫਰਾਰ ਹੁੰਦਾ ਬਾਅਦ 'ਚ ਆਣ ਕੇ ਉਹਨੂੰ ਸੋਧਾ ਲਾਉਂਦੇ ਆ। ਜਦੋਂ ਭਾਈ ਸਾਹਿਬ ਜਿਹੜੇ ਆ ਉਹ ਫੜੇ ਗਏ ਉੱਥੇ, ਜਦੋਂ ਜੇਲ੍ਹ ਦੇ ਵਿੱਚ ਵੀ ਰਹੇ, ਉਸ ਸਮੇਂ ਪਰਿਵਾਰਕ ਮੈਂਬਰ ਜਿਹੜੇ ਆ ਉਹ ਮਿਲਦੇ ਰਹੇ, ਜਾ ਕੇ ਮੁਲਾਕਾਤ ਕੋਈ ਹੋਈ ਸੀ? ਸਾਡੇ ਮਾਤਾ ਜੀ ਉੱਥੇ ਜਦੋਂ ਦਿੱਲੀ ਫੜੇ ਗਏ ਉਦੋਂ ਭਾਈ ਜਿੰਦੇ ਨੂੰ ਸਾਡੇ ਮਾਤਾ ਜੀ ਮਿਲਣ ਵਾਸਤੇ ਗਏ ਸੀ। ਉਹਨਾਂ ਦੀ ਮੁਲਾਕਾਤ ਹੋਈ ਸੀ। ਹਾਂਜੀ, ਇਹ ਸਾਡੇ ਵੱਡੇ ਭਾਈ ਸਾਹਿਬ ਭਾਈ ਨਰਪੈਲ ਸਿੰਘ ਜੀ ਜਦੋਂ ਇਹ ਅਹਿਮਦਾਬਾਦ ਜੇਲ੍ਹ 'ਚ ਸੀ, ਇਹ ਭਾਈ ਸਾਹਿਬ ਉੱਥੇ ਜਾ ਕੇ ਜਿੱਥੋਂ ਪਲੈਨਿੰਗ ਬਣੀ ਆ, ਜਿਹੜੇ ਹੋਟਲ ਤੋਂ ਇਹ ਨਿਕਲੇ ਆ, ਉੱਥੇ 10,000 ਰੁਪਇਆ ਵੱਡੇ ਭਾਈ ਸਾਹਿਬ ਉੱਥੇ ਜਮ੍ਹਾਂ ਕਰਵਾ ਕੇ ਆਏ ਸੀ। ਉੱਥੇ ਹੀ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਖਾਣਾ ਖਵਾਇਆ ਗਿਆ ਤੇ ਉਹਨਾਂ ਨੂੰ ਆਂਦੇ ਰਹੇ ਵੀ ਤੁਸੀਂ ਜੋ ਮਰਜ਼ੀ ਖਾਓ, ਮੈਨੂੰ ਪੈਸੇ ਦੀ ਕੋਈ ਕਮੀ ਨਹੀਂ, ਜੋ ਪ੍ਰਸ਼ਾਦੇ ਛਕ ਲਓ, ਮੀਟ ਖਾ ਲਓ, ਸ਼ਰਾਬ ਪੀ ਲਓ। ਉਹਨਾਂ ਨੇ ਪਹਿਲਾਂ ਪ੍ਰਸ਼ਾਦਾ ਛਕਿਆ ਤੇ ਇਹਨਾਂ ਨੇ ਸ਼ਰਾਬ ਵੀ ਪੀ ਲਓ। ਸ਼ਰਾਬ ਵੀ ਉਹਨਾਂ ਪੀਤੀ ਪਾਤੀ ਪੁਲਿਸ ਵਾਲਿਆਂ। ਤੇ ਉੱਥੇ ਬਹਾਨਾ ਲਾ ਕੇ ਤੇ ਇਹ ਮਤਲਬ ਕਹਿੰਦਾ ਮੈਂ ਫਰੂਟ ਵੀ ਲੈ ਕੇ ਆਉਣਾ। ਇਹ ਫਰੂਟ ਲੈਣ ਗਿਆ ਤੇ ਮੁੜ ਕੇ ਇੱਕ ਟਰੱਕ ਅੱਗੇ ਆ ਜਾਂਦਾ, ਟਰੱਕ ਦੇ ਉਹਲੇ ਹੋ ਕੇ ਨਿਕਲ ਗਿਆ। ਮੁੜ ਕੇ ਫਿਰ
ਦਿੱਲੀ ਆ ਗਿਆ ਤੇ ਜੇਲ੍ਹ ਦੇ ਵਿੱਚ ਮਾਤਾ ਜੀ ਛੱਡੇ ਗਏ ਸੀ ਉੱਥੇ। ਹਾਂਜੀ। ਭਾਈ ਸਾਹਿਬ ਜੀ, ਕਿਸ ਤਰ੍ਹਾਂ ਉਹ ਵਾਕਿਆ ਹੋਇਆ ਜਦ ਤੁਸੀਂ ਉੱਥੇ ਗਏ ਤੇ ਜਿਹੜੇ ਪੈਸੇ ਉੱਥੇ ਜਮ੍ਹਾਂ ਕਰਵਾਏ ਇੱਕ ਹੋਟਲ ਦੇ ਉੱਤੇ? ਉਹ ਇਸ ਤਰ੍ਹਾਂ ਜੀ, ਮੈਂ 86 ਵਿੱਚ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ ਫਿਰੋਜ਼ਪੁਰ ਜੀ। SSP ਦੇ ਘਰ 'ਤੇ ਮੈਂ ਉੱਥੇ, ਉੱਥੋਂ ਮੈਨੂੰ ਪਤਾ ਲੱਗਾ ਪ੍ਰੈਸ ਦੇ ਅਖਬਾਰ ਰਾਹੀਂ। ਫਿਰ ਮੈਂ ਦਿੱਲੀ ਗਿਆ। ਦਿੱਲੀ ਉੱਥੇ ਧਨਵੀਰ ਐਡਵੋਕੇਟ ਸੀ, ਉਹਨੂੰ ਕੀਤਾ ਤੇ ਉਹਨਾਂ ਨੇ ਪੁਲਿਸ ਰਿਮਾਂਡ ਲੈ ਕੇ ਤੇ ਉਹ ਉਹਨੂੰ ਗੁਜਰਾਤ ਤੇ ਅਹਿਮਦਾਬਾਦ 'ਚ ਲੈ ਕੇ ਫਿਰ ਅਸੀਂ ਅਹਿਮਦਾਬਾਦ ਗਏ। ਉੱਥੇ ਉਹਦੇ ਜੱਜ ਦੇ ਮਿਲ ਕੇ ਪਰਮਿਸ਼ਨ ਲਈ ਉੱਥੇ ਮਿਲਣ ਦੀ, ਜਦੋਂ ਕੋਰਟ 'ਚ ਪੇਸ਼ ਕਰਨਾ ਸੀ ਉਹਨੂੰ ਪਰਮਿਸ਼ਨ ਜੱਜ ਨੇ ਸਾਨੂੰ 2 ਘੰਟੇ ਦੀ ਦੇ ਦਿੱਤੀ। ਅਸੀਂ ਸਾਰੀ ਉਹਦੇ ਨਾਲ ਗੱਲਬਾਤ ਕੀਤੀ ਤੇ ਇੱਕ ਉਹ ਪੰਜਾਬੀ ਹੋਟਲ ਸੀ ਉੱਥੇ ਰੋਡ ਦੇ ਉੱਪਰ ਹੀ, ਉੱਥੇ ਮਿਲੇ ਤੇ ਉਹਨਾਂ ਨੇ ਅਰਜਿੰਦਰ ਕਹਿੰਦਾ ਵੀ ਚਲੋ ਇੱਥੇ ਵੀਰ ਜੀ ਪੈਸੇ ਥੋੜ੍ਹੇ ਬਹੁਤੇ ਜਮ੍ਹਾਂ ਕਰਵਾ ਦਿਓ ਤੇ ਚਲੋ ਜਦੋਂ ਆਉਂਦੇ ਜਾਂਦੇ ਇੱਥੇ ਚਾਹ ਪਾਣੀ ਪੀਂਦੇ ਰਵਾਂਗੇ ਕਿ ਦੂਰੋਂ ਐਡੀ ਕਿਹੜਾ ਆਇਆ ਜਾਂਦਾ। ਫਿਰ ਮੈਂ ਚਲੋ ਉਹਨਾਂ ਦੇ ਕਹਿਣ ਮੁਤਾਬਕ ਉੱਥੇ ਪੈਸੇ ਜਮ੍ਹਾਂ ਕਰਾਤੇ। ਉਹ ਜੇਲ੍ਹ 'ਚ ਜਦੋਂ ਪੇਸ਼ੀਆਂ ਦੇ ਦੌਰਾਨ ਉੱਥੇ ਜਾਂਦੇ ਆਉਂਦੇ ਰਹੇ, ਚਾਹ ਪਾਣੀ ਉਹਨਾਂ ਨੇ ਪਿਆਉਂਦੇ ਰਹੇ। ਉੱਥੋਂ ਹੀ ਉਹਨਾਂ ਨੂੰ ਮੌਕਾ ਪ੍ਰਮਾਤਮਾ ਨੇ ਦੇ ਦਿੱਤਾ। ਤੇ ਪੁਲਿਸ ਵਾਲੇ ਚਲਾਕ ਤੋਂ ਤੁਹਾਨੂੰ ਦੱਸਿਆ ਵੀ ਉਹ ਬਹੁਤ ਜ਼ਿਆਦਾ ਸੀ, ਉਹਦੀਆਂ ਗੱਲਾਂ ਵਿੱਚ ਆ ਗਏ ਤੇ ਉਹਨਾਂ ਨੇ ਬੇੜੀਆਂ ਜੀਆਂ ਪਾਈਆਂ ਸੀ ਉੱਧਰ ਦੀਆਂ ਗਲ 'ਚ ਪਾਉਂਦੇ, ਉਹ ਰਸਾ ਜਿਹਾ ਪਾਉਂਦੇ ਆ। ਉਹ ਢਿੱਲੇ ਪੈ ਗਏ, ਰੋਟੀ ਪਾਣੀ ਖਾ ਕੇ ਉਹ ਆਂਦਾ ਚੱਲ ਫਰੂਟ ਵੀ ਛਕ ਲਓ। ਉਹ ਫਰੂਟ ਲੈਣ ਗਿਆ ਉੱਥੇ ਵਿਸ ਕੇ, ਉਹਨੇ ਜਦੋਂ ਗੱਡੀਆਂ ਦਾ ਆਸਰਾ ਲੈ ਕੇ ਉੱਥੋਂ ਨਿਕਲ ਗਿਆ। ਉੱਥੋਂ ਬਾਹਰ ਜਾ ਕੇ ਕਿਤੇ ਕਿਸੇ ਦੇ ਕੱਪੜੇ ਕੁੱਪੜੇ ਬੜੇ, ਬੁਖਾਰ ਵੀ ਵਿਚਾਰਿਆ ਦੱਸਦਾ ਬੁਖਾਰ ਵੀ ਚੜਿਆ ਰਿਹਾ, ਕੱਪੜੇ ਕਿਸੇ ਦੇ ਬਦਲੇ ਹੋਰ ਪਾਏ, ਉਹ ਸ਼ੇਪ ਵੀ ਕਰਵਾਈ ਤੇ ਉੱਥੋਂ ਮੁੜ ਕੇ ਟਰੱਕਾਂ ਰਾਹੀਂ ਫਿਰ ਦਿੱਲੀ ਆਇਆ। ਦਿੱਲੀ ਇਹਨਾਂ ਨੂੰ ਜੇਕਰ ਕਰ ਹੀ ਦਿੱਤਾ ਵੀ ਸੁਰਜੀਤ ਸਿੰਘ ਪਿੰਟੇ ਦੇ ਘਰ ਉੱਥੇ ਗਏ ਤੇ ਉਸ ਤੋਂ ਬਾਅਦ ਫਿਰ ਆਪਣੇ ਸਾਥੀਆਂ ਦੇ ਨਾਲ ਫਿਰ ਉਹਦਾ ਮੇਲ ਹੋ ਗਿਆ। ਜਿਹੜੇ ਉਹਨਾਂ ਨੇ ਜਿਹੜੇ ਵਿਅਕਤੀਆਂ ਨੂੰ ਪਹਿਲਾਂ ਸੌਦਾ ਲਾਇਆ ਜਾਂ ਜਨਰਲ ਵੈਦਿਆ ਜਿਹੜਾ ਸੀ ਉਸ ਨੂੰ ਬਾਅਦ ਦੇ ਵਿੱਚ ਸੌਦਾ ਲਾਇਆ, ਸਾਰੇ ਜਿਹੜੇ ਇਹ ਸੌਦਾ ਜਿਨ੍ਹਾਂ ਨੂੰ ਲਾਇਆ ਉਸ ਸਮੇਂ ਸੁਖਦੇਵ ਸਿੰਘ ਸੁੱਖਾ ਜਿਹੜੇ ਉਹ ਨਾਲ ਹੀ ਰਹੇ ਇਹਨਾਂ ਦੇ ਕਿ ਨਹੀਂ? ਹਾਂਜੀ, ਉਹ ਵੀ ਨਾਲ ਹੀ ਸੀ। ਉਹ ਕਿਉਂਕਿ ਇਹਨਾਂ ਦੇ ਗੈਂਗ ਦੇ ਨਾਲ ਮਤਲਬ ਸ਼ਾਮਲ ਸੀ। ਸੁੱਖੀ ਜੀ ਆਪਣੇ ਲੁਧਿਆਣੇ ਦੇ, ਸੁਖਵਿੰਦਰ ਸਿੰਘ ਸੁੱਖੀ, ਰਣਜੀਤ ਸਿੰਘ ਗਿੱਲ, ਇਸ ਤਰ੍ਹਾਂ ਸਾਰੇ ਮੁੰਡੇ ਜਿਹੜੇ ਨਾਲ ਸੀ, ਹੋਰ ਵੀ ਕਾਫੀ ਜਿਹੜੇ ਹੈਗੇ ਸੀ। ਜਨਰਲ ਵੈਦਿਆ ਜਿਹੜਾ ਸੀਗਾ, ਜਦ ਉਸ ਨੂੰ ਸੌਦਾ ਲਾਇਆ ਗਿਆ ਤਾਂ ਕਿਹਾ ਜਾਂਦਾ ਕਿ ਇੱਕ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਭਾਈ ਸਾਹਿਬ ਉੱਥੇ ਗਏ ਤੇ ਉਸ ਨੂੰ ਉੱਥੇ ਸੌਦਾ ਲਾਇਆ। ਉਸ ਚੀਜ਼ ਦਾ ਜਿਹੜਾ ਉਹ ਵਾਕਿਆ ਆ ਉਸ ਦਾ ਜ਼ਿਕਰ ਤੁਸੀਂ ਜ਼ਰੂਰ ਕਰੋ। ਉਹ ਇਸ ਤਰ੍ਹਾਂ ਜੀ ਮੋਟ ਬਾਅਦ 'ਚ ਪਤਾ ਲੱਗਾ ਸਾਰਾ ਕੁਛ। ਮੈਂ ਤਾਂ ਰਾਜਸਥਾਨ 'ਚ ਗਿਆ ਸੀ, ਮੈਂ ਤਾਂ ਰੇਡੀਓ 'ਚ ਨਿਊਜ਼ ਸੁਣੀ ਸੀ ਤੇ ਮੇਰੇ ਦਿਮਾਗ ਵਿੱਚ ਇਹ ਹੈਗਾ ਵੀ ਸਾਡੇ ਬੰਦਿਆਂ ਦਾ ਹੀ ਕੰਮ ਆ ਵੀ ਹੁਣ ਸਾਨੂੰ ਚੁਸਤ ਰਹਿਣਾ ਚਾਹੀਦਾ ਵੀ ਪੁਲਿਸ ਇੱਥੇ ਵੀ ਪਿੰਡ ਵੀ ਪੈ ਸਕਦੀ ਆ। ਫਿਰ ਉਹਨਾਂ ਨੇ ਉੱਧਰ ਦੀ ਉਹਨਾਂ ਰੇਡੀਓ ਦੇ ਵਿੱਚ ਹੀ ਦੱਸਿਆ ਮਹਾਰਾਸ਼ਟਰ ਦੀ ਬੋਲੀ ਬੋਲ ਕੇ ਤੇ ਨਾਅਰੇ ਵੀ ਲਾ ਕੇ ਗਏ ਉੱਥੇ ਤੇ ਉੱਥੇ ਉਹਨਾਂ ਨੂੰ ਇਹ ਸੁੱਖਾ ਤੇ ਮੋਟਰਸਾਈਕਲ ਇਹ ਰਜਿੰਦਰ ਮੋਟਰਸਾਈਕਲ ਚਲਾਉਂਦਾ ਸੀ, ਸੁਖਦੇਵ ਸਿੰਘ ਸੁੱਖਾ ਮਗਰਲੇ ਪਾਸੇ ਸੀ। ਉਹ ਨਾਲ ਖਿੜਕੀ ਦੇ ਲਾ ਕੇ ਮਿਲਾ ਕੇ ਉਹਨੂੰ ਫਿਰ ਸੋਧਤਾ ਜੀ। ਹਾਂਜੀ, ਗਨਮੈਨ ਜੀ ਜੀ ਬਿਲਕੁਲ। ਤੁਸੀਂ ਭਾਈ ਸਾਹਿਬ ਉਸ ਚੀਜ਼ ਦਾ ਜ਼ਿਕਰ ਕਰੋ। ਜਦੋਂ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਜਦੋਂ ਪੂਨੇ ਗਏ ਨਾ, ਪਹਿਲਾਂ ਤੇ ਦੁਰਗ ਗਏ, ਦੁਰਗ ਭੁਲੇ ਗਏ, ਉੱਥੋਂ ਰਿਹਾਇਸ਼ ਕਰਕੇ ਤੇ ਮੁੜ ਕੇ ਉੱਥੇ ਚਲੇ ਗਏ। ਉੱਥੇ ਜਾ ਕੇ ਇਹਨਾਂ ਕੋਲ ਥੋੜ੍ਹੇ ਪੈਸੇ ਘੱਟ ਸੀ
ਭਾਈ ਸੁੱਖਾ ਆਂਦਾ ਵੀ ਆਪਾਂ ਪੰਜਾਬੋਂ ਜਾ ਕੇ ਤੇ ਪੈਸੇ ਲੈ ਆਈਏ, ਨਾਲੇ ਆਪਣੇ ਕੋਲ ਹਥਿਆਰ ਛੋਟੇ ਆ ਤੇ ਆਪਾਂ ਵੱਡੇ ਹਥਿਆਰ ਲੈ ਆਈਏ ਜਨਰਲ ਵੈਦ ਨੂੰ ਮਾਰਨ ਵਾਸਤੇ। ਜੀ ਭਾਈ ਜਿੰਦਾ ਕਹਿੰਦਾ ਵੀ ਮੇਰੀ ਤੇ ਜਗ੍ਹਾ ਜਗ੍ਹਾ ਫੋਟੋ ਲੱਗੀ ਆ, ਭਾਈ ਤੂੰ ਪੰਜਾਬ ਚਲ ਜਾ ਤੇ ਨਾਲੇ ਹਥਿਆਰ ਵੱਡੇ ਲੈ ਆਓ ਤੇ ਨਾਲੇ ਪੈਸੇ ਲੈ ਆਓ। ਤੇ ਹੁਣ ਜਿਹੜੇ ਸਾਥੀ ਨਾ ਰਹਿੰਦੇ ਆ ਉਹ ਹਰ ਬੰਦੇ ਦੀ ਇੱਕ ਦੂਜੇ ਦਿਲ ਦੀ ਗੱਲ ਸਮਝਦੇ ਆ। ਜੀ ਤੇ ਭਾਈ ਸੁੱਖਾ ਆਂਦਾ ਵੀ ਜਿਹੜੀ ਤੇਰੇ ਦਿਲ 'ਤੇ ਭਾਈ ਜਿੰਦਾ ਗੱਲ ਘੁੰਮ ਰਹੀ ਆ ਨਾ, ਇਹ ਗੱਲ ਨਹੀਂ ਹੋਣੀ। ਭਾਈ ਜਿੰਦਾ ਚਾਹੁੰਦਾ ਵੀ ਇਹ ਚਲੇ ਗਿਆ ਤੇ ਮੈਂ ਮਗਰੋਂ ਜਾ ਕੇ ਜਨਰਲ ਵੈਦ ਤੇ ਜਾ ਕੇ ਹਮਲਾ ਕਰਕੇ ਤੇ ਉਹਨੂੰ ਮਾਰ ਦੇਵਾਂ ਜੀ ਤੇ ਮੈਂ ਮੌਕੇ ਤੇ ਮੈਨੂੰ ਮੌਤ ਵੀ ਆ ਜਾਊਗੀ ਤੇ ਕੋਈ ਗੱਲ ਨਹੀਂ, ਕਿਉਂਕਿ ਸਾਡਾ ਬੜਾ ਵੱਡਾ ਇਹ ਸਿੱਖਾਂ ਦਾ ਦੁਸ਼ਟ ਵਾ, ਕਾਤਲ ਵਾ ਇਹ, ਤੇ ਇਹਨੂੰ ਇਹ ਸੋਧਣਾ ਸਾਡਾ ਜ਼ਰੂਰੀ ਆ। ਤੇ ਭਾਈ ਸੁੱਖੇ ਨੇ ਵੀ ਇਹ ਸੋਚਿਆ ਵੀ ਮੈਂ ਪੰਜਾਬ ਨਹੀਂ ਜਾਊਂਗਾ, ਜੋ ਜਿੰਦਾ ਤੇਰੇ ਮਨ 'ਚ ਵਾ ਮੈਂ ਤੇਰੇ ਨਾਲ ਹੀ ਸ਼ਹੀਦੀ ਪਾਊਂਗਾ। ਜੇ ਸੋਧਣਾ ਤੇ ਆਪਾਂ ਦੋਵੇਂ ਸੋਧਾਂਗੇ। ਤੇ ਭਾਈ ਜਿੰਦਾ ਆਂਦਾ ਫਿਰ ਪੰਜਾਬ ਕੀ ਲੈਣਾ, ਆਪਾਂ ਛੋਟੇ ਭਾਵੇਂ ਆਪਣੇ ਕੋਲ ਛੋਟੇ ਆ ਹਥਿਆਰ ਛੋਟੇ ਆ, ਆਪਾਂ ਇਹਨਾਂ ਦੇ ਨਾਲੇ ਸੋਧ ਦੇਣਾ। ਤਾਂ ਮੌਕੇ 'ਤੇ ਆਪਾਂ ਨੂੰ ਕੁਝ ਹੋ ਵੀ ਜਾਊਗਾ ਤਾਂ ਕੋਈ ਪ੍ਰੋਬਲਮ ਨਹੀਂ, ਕਿਉਂਕਿ ਆਪਣੀ ਤੇ ਜਿਹੜੀ ਜਿੰਦ ਜਾਨ ਵਾ ਕੌਮ ਵਾਸਤੇ ਆ। ਮੌਕੇ 'ਤੇ ਆਪਾਂ ਮਾਰੇ ਵੀ ਜਾਵਾਂਗੇ ਤੇ ਕੋਈ ਗੱਲ ਨਹੀਂ, ਆਪਾਂ ਨੂੰ ਇਹਨੂੰ ਮਾਰਨਾ ਜ਼ਰੂਰੀ ਆ। ਇਹ ਕਰਕੇ ਭਾਈ ਸੁੱਖੇ ਨੇ ਤੇ ਭਾਈ ਜਿੰਦੇ ਨੇ ਫਿਰ ਇਹੋ ਪਲੈਨਿੰਗ ਬਣਾਈ, ਇੱਥੇ ਰਹਿ ਕੇ ਹੁਣ ਜਾਣ ਦੀ ਲੋੜ ਨਹੀਂ, ਇਹਨੂੰ ਮਾਰੀਏ। ਇਹ ਪਹਿਲਾਂ ਜਨਰਲ ਵੈਦ ਹੋਰ ਕਿਸੇ ਜਗ੍ਹਾ 'ਤੇ ਪਹਿਲਾਂ ਕਿਤੇ ਰਹਿੰਦਾ ਸੀ। ਭਾਈ ਜਿੰਦਾ ਤੇ ਸੁੱਖਾ ਉੱਥੇ ਗਏ ਤੇ ਉੱਥੇ ਜਾ ਕੇ ਮਿਲਣ ਵਾਸਤੇ ਘਰ ਗਏ, ਕਹਿੰਦੇ ਵੀ ਸਾਹਿਬ ਨੂੰ ਮਿਲਣਾ, ਤੇ ਉਹ ਕਹਿੰਦੇ ਵੀ ਸਾਹਿਬ ਨੂੰ ਕੀ ਕੰਮ ਕੀ ਆ। ਤੇ ਇਹ ਆਂਦੇ ਵੀ ਉਹਨਾਂ ਨਾਲ ਕੋਈ ਜ਼ਰੂਰੀ ਕੰਮ ਆ। ਉਹ ਆਂਦੇ ਵੀ ਕੋਈ ਜ਼ਰੂਰੀ ਕੰਮ ਦੱਸ ਦਿਓ। ਕਹਿੰਦੇ ਕੋਈ ਉਹਨਾਂ ਦੀ ਕੋਈ ਚੀਜ਼ ਵਾ, ਇੰਪੋਰਟੈਂਟ ਚੀਜ਼ ਵਾ ਤੇ ਉਹਨਾਂ ਨੂੰ ਦੇਣੀ ਆ। ਉਹ ਆਂਦੇ ਵੀ ਸਾਨੂੰ ਦੇ ਦਿਓ। ਆਂਦੇ ਨਹੀਂ ਅਸੀਂ ਉਹਨਾਂ ਨੂੰ ਦੇਣ ਵਾਲੀ ਉਹਨਾਂ ਨੂੰ ਦੇਵਾਂਗੇ। ਉਹ ਆਂਦੇ ਵੀ ਉਹ ਤੇ ਇੱਥੇ ਨਹੀਂ, ਉਹ ਫਲਾਨੀ ਕਲੋਨੀ ਦੇ ਵਿੱਚ ਉਹਨਾਂ ਨੇ ਨਵੀਂ ਕੋਠੀ ਪਾਈ ਤੇ ਉੱਥੇ ਚਲੇ ਗਏ ਆ। ਭਾਈ ਜਿੰਦਾ ਤੇ ਸੁੱਖਾ ਉੱਥੇ ਮਤਲਬ ਉੱਥੇ ਗਏ, ਇਹਨਾਂ ਨੂੰ ਮਰੂਤੀ ਕਾਰ ਦੇ ਨੰਬਰ ਦਾ ਪਤਾ ਸੀ। ਇਹ ਲੱਭਦੇ ਰਹੇ, ਉੱਥੇ ਲੱਭਦੇ ਰਹੇ ਤੇ ਇਹਨਾਂ ਨੂੰ ਕਾਰ ਉਹ ਦਿਖੀ ਤੇ ਕਾਰ ਦਾ ਇਹਨਾਂ ਨੰਬਰ ਵੇਖਿਆ ਵੀ ਉਹੀ ਆ। ਫਿਰ ਉਹ ਬਾਡੀਗਾਰਡ ਵੀ ਇਹਨਾਂ ਦੇ ਕੋਲ ਸ਼ਾਇਦ ਉਹਨਾਂ ਨੂੰ ਵੇਖਿਆ ਹੋਊ ਜਾਂ ਪਤਾ ਹੋਊਗਾ, ਉਹਨੇ ਚ ਇਹਨੂੰ ਜਨਰਲ ਵੈਦਾ ਵੀ ਉੱਥੋਂ ਨਿਕਲ ਆਇਆ। ਛਤੜੀ ਲਈ ਤਾਂ ਥੋੜ੍ਹਾ ਬਹੁਤਾ ਮੀਂਹ ਪੈਂਦਾ ਹੋਊਗਾ, ਉਹ ਛਤੜੀ ਲਈ ਤਾਂ ਉਹਨਾਂ ਗੱਡੀ 'ਚ ਬੈਠ ਕੇ ਤੇ ਉਹ ਸਬਜ਼ੀ ਲੈਣ ਵਾਸਤੇ ਬਾਜ਼ਾਰ ਨੂੰ ਚਲੇ ਗਏ। ਭਾਈ ਜਿੰਦੇ ਦੇ ਸੁੱਖੇ ਨੇ ਆਖਿਆ ਵੀ ਅੱਜ ਇਹਨੂੰ ਜਾਣ ਨਹੀਂ ਵਾਪਸ ਦੇਣਾ। ਭਾਈ ਜਿੰਦਾ ਦੇ ਸੁੱਖਾ ਜਾ ਕੇ ਜਦੋਂ ਉੱਥੇ ਸਬਜ਼ੀ ਖਰੀਦਣ ਡਿਆ ਤੇ ਮੋਟਰਸਾਈਕਲ ਲਾ ਕੇ ਤੇ ਉੱਥੇ ਮਾਰਨ ਗਏ ਇਹਨੂੰ। ਉਹ ਮੋਟਰਸਾਈਕਲ ਵਾਲੇ ਜਿਹੜੇ ਪਾਰਕ ਵਾਲੇ ਆ ਨਾ, ਉਹਨਾਂ ਨੇ ਆਵਾਜ਼ ਮਾਰੀ ਵੀ ਆਹ ਮੋਟਰਸਾਈਕਲ ਇਹਨੂੰ ਪਾਰਕ ਚਲਾਓ, ਵੀ ਇੱਥੇ ਨਾ ਲਾਓ। ਇਹ ਫਿਰ ਪਾਰਕ ਚਲਾਉਣ ਚਲੇ ਗਏ। ਉਹਨੇ ਚਨੂੰ ਜਨਰਲ ਵੈਦ ਨੇ ਸਬਜ਼ੀ ਖਰੀਦ ਕੇ ਫਿਰ ਵਾਪਸ ਤੁਰ ਪਿਆ। ਫਿਰ ਭਾਈ ਜਿੰਦੇ ਨੇ ਆਖਿਆ ਵੀ ਅੱਜ ਇਹਨੂੰ ਵਾਪਸ ਨਹੀਂ ਆਪਾਂ ਜਾਣ ਦੇਣਾ। ਭਾਈ ਸੁੱਖਿਆ ਬੈਠ ਮਗਰ, ਇਹਨੂੰ ਮੋਟਰਸਾਈਕਲ ਇੱਕ ਵਾਰੀ ਸਟਾਰਟ ਨਹੀਂ ਹੋਇਆ। ਫਿਰ ਭਾਈ ਸੁੱਖੇ ਨੇ ਧੱਕਾ ਲਾਇਆ ਤੇ ਸਟਾਰਟ ਹੋ ਗਿਆ। ਇਹ ਫਿਰ ਜਦੋਂ ਵਾਪਸ ਜਾਣ ਡਿਆ ਤੇ ਫਿਰ ਇਹਨਾਂ ਮੋਟਰਸਾਈਕਲ ਕਰਕੇ ਬਰਾਬਰ, ਤੇ ਜਦੋਂ ਬਰਾਬਰ ਕੀਤਾ ਤੇ ਭਾਈ ਸੁੱਖੇ ਨੇ ਉਹਦੇ ਗੋਲੀਆਂ ਮਾਰੀਆਂ। ਫਿਰ ਇਹਨਾਂ ਖਾਲਿਸਤਾਨ ਦੇ ਨਾਅਰੇ ਲਾਏ, ਫਿਰ ਜੰਕਾਰੇ ਛੱਡਦੇ ਹੋਏ ਉੱਥੋਂ ਨਿਕਲ ਗਏ। ਜਦੋਂ ਪੂਨੇ ਤੋਂ ਇਹ ਨਿਕਲ ਗਏ ਆ ਤੇ ਉੱਥੇ 4 ਚੁਫੇਰੇ ਮੁੜ ਕੇ ਗਾਰਦਾ ਆ ਗਿਆ। ਜਨਰਲ ਵੈਦੇ ਨੂੰ ਮਾਰਿਆ ਤਾਂ ਉਸ ਦੇ ਨਾਲ ਹੋਰ ਵੀ ਕੋਈ ਹੈਗਾ ਸੀਗਾ? ਇਹ ਦੋਵੇਂ ਜਣੇ ਭਾਈ ਸੁੱਖਾ ਤੇ ਭਾਈ ਜਿੰਦਾ। ਇਹਨਾਂ ਮੋਟਰਸਾਈਕਲ ਜਿਹੜੀ ਇਹਨਾਂ ਲਿਆ ਸੀ ਨਾ ਕਮਰਾ, ਮੋਟਰਸਾਈਕਲ ਉੱਥੇ ਲਾ ਕੇ ਇਹ ਇੱਕ ਜਣਾ ਬੰਬੇ ਨੂੰ ਨਿਕਲ ਗਿਆ, ਇੱਕ ਜਣਾ ਹੋਰ ਪਾਸੇ ਨਿਕਲ ਗਿਆ। ਇਹ ਤੀਜੇ ਚੌਥੇ ਦਿਨ ਇਹ ਮੇਰੇ ਕੋਲ ਆ ਗਿਆ ਭਾਈ ਜਿੰਦਾ, ਜਨਰਲ ਵੈਦ ਨੂੰ ਮਾਰਨ ਤੋਂ ਬਾਅਦ 'ਚ। ਜਦੋਂ ਮੇਰੇ ਕੋਲ ਆਇਆ, ਮੈਂ ਉਦੋਂ ਬਿਹਾਰ 'ਚ ਰਹਿਣਾ ਨਾ, ਟਾਟਾ ਨਾ ਕਰੇ ਨਾ। ਮੈਂ ਇੱਕ ਟਰੱਕ ਲਿਆ ਸੀ, ਇੱਥੇ ਘਰ ਪੁਲਿਸ ਬਹੁਤ ਜ਼ਿਆਦਾ ਪੈਂਦੀ, ਕਈ ਵਾਰੀ ਮੈਨੂੰ ਟਾਰਚਰ ਕਰਦੇ ਰਹੇ। ਤੇ ਫਿਰ ਮੈਂ ਇੱਥੋਂ ਨਿਕਲ ਕੇ ਤੇ ਮੈਂ ਬਿਹਾਰ 'ਚ ਚਲੇ ਗਿਆ। ਜਿਹੜੇ ਘਰ 'ਚ ਮੈਂ ਰਹਿਣਾ, ਭਾਈ ਜਿੰਦੇ ਨੂੰ ਪਤਾ ਸੀ ਵੀ ਇਹ ਘਰ 'ਚ ਰਹਿੰਦਾ। ਜਨਰਲ ਵੈਦਿਆ ਨੂੰ ਮਾਰ ਕੇ ਇਹ ਜਦੋਂ ਉੱਥੇ ਭਾਈ ਜਿੰਦਾ ਮੇਰੇ ਕੋਲ ਆਇਆ ਤੇ ਨਾਲੇ ਤੇ ਭਾਈ ਨਿੰਮਾ ਸੀ, ਇਹ ਆਇਆ ਤੇ ਮੇਰੀ ਬੇਟੀ, ਛੋਟੀ ਜਿਹੀ ਬੇਟੀ ਅਜੇ 6 ਮਹੀਨੇ ਦੀ ਹੋਣੀ ਆ, ਤੇ ਆਪਣੇ ਮੂੰਹ 'ਚ ਪਾਣੀ ਕੱਢ ਕੇ ਤੇ ਮੂੰਹ 'ਚ ਪਾਣੀ ਪਾਵੇ। ਤੇ ਮੇਰੀ ਵਾਈਫ ਨੂੰ ਮੈਂ ਆਖਿਆ ਵੀ ਇਹ ਭਾਈ ਜਿੰਦਾ ਵਾ, ਤੇ ਉਹ ਨਿੰਮਾ ਕਹਿੰਦੀ ਨਿੰਮੇ ਨੂੰ ਤਾਂ ਮੈਂ ਜਾਣਦੀ ਹਾਂ, ਭਾਈ ਜਿੰਦਾ ਨਹੀਂ ਹੋ ਸਕਦਾ। ਭਾਈ ਜਿੰਦੇ ਦੀ ਤੇ ਦਾੜੀ ਕੇਸ ਵਾ, ਉਹ ਤਾਂ ਸਰਦਾਰ ਆ। ਮੈਂ ਰੂਪ ਉਸ ਹੋਇਆ ਵਾ ਇਸ ਕਰਕੇ। ਕਹਿੰਦੀ ਇਹ ਤਾਂ ਬੰਗਾਲੀ ਆ ਜਾਪਦਾ, ਇਹਨੇ ਟੋਪੀ ਪਾਈ ਆ, ਪੰਜਾਬੀ ਪਾਈ ਆ, ਭਾਈ ਕਚਰਾ ਜਿਹਾ ਲੱਗਣ ਡਿਆ। ਤੇ ਮੈਂ ਕਿਹਾ ਨਹੀਂ ਉਹੋ ਹੀ ਆ। ਫਿਰ ਕਹਿੰਦੇ ਵੀ ਫਿਰ ਉਹਨੇ ਯਕੀਨ ਕੀਤਾ ਵੀ ਨਿੰਮਾ ਤੇ ਇਹਨੂੰ ਪਿਆਰ ਨਹੀਂ ਇੰਨਾ ਕਰਨ ਡਿਆ, ਤੇ ਇਹ ਭਤੀਜੀ ਕਰਕੇ ਇਹਨੂੰ ਪਿਆਰ ਕਰਨ ਡਿਆ, ਤੇ ਵਾਕਈ ਜਿੰਦਾ ਹੋਣਾ। ਫਿਰ ਮੈਂ ਥੋੜ੍ਹੇ ਚਿਰ ਬਾਅਦ ਮੈਂ ਬਾਜ਼ਾਰ ਗਿਆ, ਤੇ ਬਾਜ਼ਾਰ ਜਾ ਕੇ ਇੱਕ ਅਖਬਾਰ ਲਈ ਆ। ਅਖਬਾਰ 'ਤੇ ਮੋਟਾ ਕਰਕੇ ਲਿਖਿਆ ਵੀ ਜਨਰਲ ਵੈਦਿਆ ਨੂੰ ਪੂਨੇ ਵਿੱਚ ਮਾਰਿਆ ਗਿਆ। ਹਰਜਿੰਦਰ ਸਿੰਘ ਜਿੰਦਾ ਤੇ ਉਹਦੇ ਸਾਥੀ ਉੱਥੇ ਜਿਹੜੇ ਮਤਲਬ
ਜੰਗਲਾਂ ਦੇ ਵਿੱਚ ਵੜ ਗਏ ਆ ਜੀ ਜੀ ਤੇ ਉਹਨਾਂ ਨੂੰ 4 ਸਵੇਰੇ ਘੇਰਾ ਪਿਆ। ਮੈਂ ਅਖਬਾਰ ਤੇ ਲੈ ਕੇ ਤੇ ਮੈਂ ਜਦੋਂ ਘਰ ਗਿਆ ਤੇ ਮੈਂ ਭਾਈ ਜਿੰਦੇ ਨੂੰ ਆਖਿਆ, ਮੈਂ ਕਿਹਾ ਵੀ ਹਾਂ ਵੀ ਚੰਦ ਚਾੜ ਆਏ ਹੋ? ਕਹਿੰਦਾ ਕਿਹੜਾ ਚੰਦ ਚਾੜ ਆਏ ਆ? ਹੱਸਣ ਡਿਆ ਪਿਆ। ਮੈਂ ਕਿਹਾ ਜਨਰਲ ਵੈਦਰ ਨੂੰ ਮਾਰਿਆ ਤਾਂ। ਕਹਿੰਦਾ ਉਹ ਕੌਣ ਆ? ਮੈਂ ਜਦੋਂ ਅਖਬਾਰ ਘੜੀ ਰੱਖਤੀ ਮੈਂ ਕਿਹਾ ਵੇਖਾ ਭਲਾ ਕੌਣ ਆ? ਕਹਿੰਦਾ ਵੇਲਾ ਮੇਰਾ ਮੋਟਾ ਕਰਕੇ ਨਾਮ ਲਿਖਿਆ ਤੇ ਇਹਨਾਂ ਜੰਗਲਾਂ ਨੂੰ ਘੇਰਾ ਪਾਇਆ, ਮੈਂ ਤੇ ਤੇਰੇ ਕੋਲ ਆ, ਮੈਂ ਥੋੜਾ ਮਾਰਿਆ। ਨਾਲੇ ਹੱਸੀ ਜਾਂਦਾ ਤੇ ਮੈਂ ਹੁਣ ਵੇਖ ਲਾ ਵੀ ਤੇਰੇ ਸਾਹਮਣੇ ਹੀ ਆ। ਹਾਂ ਜੀ ਆਖਰੀ ਗੱਲ। ਉਸ ਤੋਂ ਬਾਅਦ ਦੇ ਵਿੱਚ ਭਾਈ ਸਾਹਿਬ ਗੱਲ ਕਰੀਏ ਤੇ ਪੁਲਿਸ ਨੇ ਕਿਸ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਪਰਿਵਾਰ ਨੂੰ? ਇਸ ਤਰ੍ਹਾਂ ਜੀ ਸਾਡੇ ਤੇ ਜਿਹੜੇ ਇੱਕ ਵਾਰ ਸਾਰਾ ਪਰਿਵਾਰ ਸਾਡਾ ਫੜ ਲਿਆ ਸਾਰਾ, ਜੋ ਡੰਗਰ ਵੱਛਾ ਸੀ ਉਹ ਵੀ ਸਾਡਾ ਲੈ ਗਏ। ਉਹ ਭੁੱਖੇ ਭਾਣੇ ਡੰਗਰ ਹੀ ਮਰ ਗਏ ਸਾਰੇ। ਤੇ ਇੱਕ ਬਖਸ਼ੀਸ਼ ਸਿੰਘ ਮਾਲੋਵਾਲ ਦਾ ਹੁੰਦਾ ਸੀ, ਉਹ ਵੀ ਇਹਨਾਂ ਨਾਲ ਸੀ। ਸੰਤਾਂ ਦੇ ਨਾਲ ਬੜਾ ਪਿਆਰ ਸੀ ਉਹਨਾਂ ਦਾ। ਉਹਨਾਂ ਵੀ ਸਮਾਨ ਸਮੂਨ ਸਾਰਾ ਕੁਝ ਲੈ ਗਏ। ਤੇ ਇੱਥੋਂ ਤੱਕ ਵੀ ਘਰ ਦੇ ਵਿੱਚੋਂ ਦੀ ਕੋਈ ਲੰਘ ਨਹੀਂ ਸੀ ਸਕਦਾ। ਸਮਾਂ ਇਹੋ ਜਿਹਾ ਆ ਗਿਆ ਵੀ ਸਾਨੂੰ ਕੋਈ ਵੀ ਨਹੀਂ ਸੀ ਚੱਲਦਾ। ਤੇ ਕਦੀ ਕਿਤੇ ਲੰਮੇ ਪੈ ਕੇ ਬੜੇ ਸਾਲ ਬੜੇ ਔਖੇ ਦਿਨ ਜਿਹੜੇ ਆ ਬਿਤਾਏ ਆ। ਤੇ ਅਜੇ ਘਰ ਆਉਂਦੇ ਹਾਂ ਤੇ ਪੁਲਿਸ ਫੜ ਲੈਂਦੀ ਸੀ। ਇਹ ਇੰਨੀ ਨਹੀਂ ਕਿ 1-2 ਗੱਡੀਆਂ ਇੱਥੋਂ ਲੈ ਕੇ ਤੁਸੀਂ ਗਹਿਰੀ ਮੰਡੀ ਦਾ ਫਾਟਕ ਵੇਖਿਆ ਹੋਊਗਾ, ਉੱਥੋਂ ਲੈ ਕੇ ਤੇ ਇੰਨੀਆਂ ਗੱਡੀਆਂ ਆ ਜਾਂਦੀਆਂ। ਪਰ ਮੈਨੂੰ ਥੋੜ੍ਹੀ ਜਿਹੀ ਇਹ ਸਹੂਲਤ ਹੈਗੀ ਵੀ ਮੈਂ ਪੁਲਿਸ 'ਚ ਹੁਣ ਤੇ ਮੇਰੇ ਕੋਲ ਆਇਡੈਂਟੀ ਕਾਰਡ ਸੀ ਪੰਜਾਬ ਪੁਲਿਸ ਦਾ। ਤਾਂ ਜਦੋਂ CRP ਵਾਲੇ ਵਗੈਰਾ ਘੇਰੇ ਪਾਉਂਦੇ ਸੀ, ਜੋ ਆਇਡੈਂਟੀ ਕਾਰਡ ਵਿਖਾ ਕੇ ਤੇ ਘੇਰੇ ਦੇ ਵਿੱਚੋਂ ਨਿਕਲ ਜਾਈਦਾ ਸੀ। ਉਦੋਂ ਦੱਸਦੇ ਨਹੀਂ ਹੁੰਦੇ ਵੀ ਪਿੰਡ ਵਾਲੇ ਵੀ ਮੁਖਬਰ ਨਹੀਂ ਬਹੁਤੇ ਹੈਗੇ। ਮਤਲਬ ਉਹ ਜ਼ਿਆਦਾ ਹੀ ਸਮਾਂ ਇੱਕ ਵਾਰਾਂ ਦੀ ਗੱਲ ਆ ਵੀ ਇਹ ਭੁਪਿੰਦਰ ਨੂੰ ਵੀ ਲੈ ਕੇ ਫੜ ਕੇ, ਮੈਨੂੰ ਵੀ ਲੈ ਗਏ, ਸਾਡੇ ਪਿਤਾ ਜੀ ਵੀ ਸੀ, ਬਖਸ਼ੀਸ਼ ਦਾ ਡੈਡੀ ਵੀ ਸੀ। ਤੇ ਉਹ ਜੀਪ ਦੇ ਵਿੱਚ ਭਾਲ ਲਿਆ ਤੇ 2-3 ਜਣੇ ਸੀ ਉਹਨਾਂ ਕੋਲ 60। ਉਹ ਮੈਂ ਪੁਲਿਸ ਦਾ ਹੋਣ ਕਰਕੇ ਸਮਝਦਾ ਵੀ ਮੈਂ ਕਿਹਾ ਵੀ 60 ਖੋ ਕੇ ਕੀ ਕਰਾਂਗੇ ਇਹਨਾਂ ਨੂੰ। ਉਹਨਾਂ ਦਾ ਦਿਮਾਗ ਆਂਦਾ ਇਹਨਾਂ ਨੇ ਮਾਰਨਾ ਹੀ ਆ ਸਾਨੂੰ, ਦਰਿਆ ਦੇ ਕੰਢੇ ਲਈ ਫਿਰਦੇ ਆ ਤੇ ਖੋਹ ਲਈਏ, ਤਗੜੇ ਹੋ ਗਏ ਤੇ ਪਾਕਿਸਤਾਨ ਚਲ ਜਾਾਂਗੇ ਆਪਾਂ। ਫਿਰ ਅਸੀਂ ਚਲੋ ਮੈਂ ਸਮਝਾਇਆ, ਮੈਂ ਕਿਹਾ ਨਹੀਂ ਇਸ ਤਰ੍ਹਾਂ ਨਹੀਂ ਕਰਨਾ। ਸਾਨੂੰ ਬਿਆਸ ਲੈ ਕੇ ਬਿਆਸ ਉੱਤੇ ਮਹੀਨਾ ਕੁ ਰੱਖਿਆ, ਫਿਰ ਮੈਨੂੰ ਛੱਡਤਾ, ਇਹਨਾਂ ਨੇ ਬਾਅਦ 'ਚ ਛੱਡਿਆ। ਇਸ ਤਰ੍ਹਾਂ ਹੀ ਫੜ ਲੈਣਾ, ਛੱਡ ਦੇਣਾ। ਇੱਕ ਵਾਰ ਮੈਨੂੰ ਇੱਥੋਂ ਮੈਂ ਸੰਗਰੂਰ ਚਲ ਗਿਆ, ਆਪਣਾ ਪ੍ਰਾਹੁਣਾ ਸਾਡਾ ਇੰਦਰਜੀਤ ਸਿੰਘ, ਉਹਦੀ ਮੁਲਾਕਾਤ। ਮਾਤਾ ਕਹਿੰਦੀ ਪੁੱਤ ਜਾਈਦਾ ਹੁੰਦਾ ਵਾ, ਕੀ ਆਖੂਗਾ ਪ੍ਰਾਹੁਣਾ? ਤੇ ਮੈਂ ਕਿਹਾ ਉੱਥੇ ਮਾਤਾ ਫੜ ਲੈਂਦੇ, ਆਂਦੇ ਕੋਈ ਨਹੀਂ ਫੜ ਲੈਂਦੇ ਆ, ਤੂੰ ਜਾ। ਚਲੋ ਮੈਂ ਸੰਗਰੂਰ ਚਲ ਗਿਆ, ਨਾਲ ਮੇਰੀ ਘਰ ਦੀ ਚਲ ਗਈ। ਉੱਥੇ ਗਏ ਤੇ ਜਦੋਂ ਮੁਲਾਕਾਤ ਕਰਕੇ ਆਏ ਤੇ ਮੁਲਾਕਾਤ ਤੋਂ ਬਾਅਦ ਪੁਲਿਸ ਵਾਲੇ ਆ ਗਏ। ਮੈਂ ਉਦੋਂ ਤਗੜਾ ਹਾਂ, ਵਾਹਵਾ 8-10 ਜਣੇ ਪੈ ਗਏ, ਮੈਂ ਹੱਥੀ ਪੈ ਗਿਆ ਉਹਨਾਂ ਦੇ। ਉਹ ਜ਼ਬਰਦਸਤੀ ਮੈਨੂੰ ਗੱਡੀ 'ਚ ਸੁੱਟਣੇ, ਇਹਨਾਂ ਨਾਲ ਮੇਰੇ ਘਰ ਦੀ ਜਿਹੜੀ ਉਹ ਨਿਕਲ ਗਈ। ਤੇ ਫਿਰ ਉਹਨਾਂ ਨੇ ਉੱਥੇ ਇੱਕ ਸਪੈਦੇ ਤੇ ਮੈਂ ਲਿਖਿਆ ਸੀ ਵੀ ਇਸ ਤਰੀਕ ਨੂੰ ਮੈਂ ਗਿਆ। ਮੈਂ ਕਿਹਾ ਚੱਲ ਕੋਈ ਪ੍ਰੂਫ ਹੀ ਦੇਵਾਂਗੇ, ਜੁਡੀਸ਼ੀਅਲ ਦੇਣਾ ਪਊਗਾ। ਫਿਰ ਚਲੋ ਰਿਟਾਂ ਰੁੱਟਾਂ ਵੀ ਪਾਈਆਂ। ਫਿਰ ਮੈਨੂੰ ਲੱਧਾ ਕੋਠੀ ਲੈ ਕੇ 1-2 ਮਹੀਨੇ ਉੱਥੇ ਰੱਖਿਆ। ਫਿਰ ਫਿਰੋਜ਼ਪੁਰ ਲੈ ਕੇ, ਕਦੀ ਉੱਥੇ ਘੱਲ ਖੁਰਦ, ਕਦੀ CA ਸਟਾਫ, ਕਦੀ ਥਾਣੇ ਸਦਰ, ਕਦੀ ਫਿਰ ਉੱਥੇ ਕਿਸੇ ਨੇ ਰੇਡ ਰੂਟ ਕਰਾਏ। ਤੇ ਫਿਰ ਇੱਥੋਂ ਫਿਰ ਉੱਥੇ ਮੈਨੂੰ ਉਹਨਾਂ ਨੇ ਬੜੀ 4-5 ਮਹੀਨਿਆਂ ਬਾਅਦ ਛੱਡਿਆ। ਇਸ ਤਰ੍ਹਾਂ ਹੀ ਕਦੀ ਫੜ ਲਿਆ, ਕਦੀ ਛੱਡ ਲਿਆ। ਮਤਲਬ ਮੌਤ ਜਿਹੜੀ ਆ ਸਰਾਣੇ ਰਹਿੰਦੀ ਸੀ। ਮਤਲਬ ਇੰਨਾ ਬੁਰਾ ਹਾਲ ਸੀ, ਕੰਮ ਧੰਦਾ ਵੀ ਸਾਰਾ ਠੱਪ। ਪਰ ਇਹ ਵੀ ਇਸ ਤਰ੍ਹਾਂ ਹੀ ਦਿਨ ਲੰਘਦੇ ਗਏ, ਬੜੇ ਮੁਸ਼ਕਲ ਸਮਾਂ ਜਿਹੜਾ ਕੱਟਿਆ ਜੀ। ਹਾਂਜੀ ਬਿਲਕੁਲ ਭਾਈ ਸਾਹਿਬ ਜੀ, ਜੇਕਰ ਗੱਲ ਕਰੀਏ ਭਾਈ ਹਰਜਿੰਦਰ ਸਿੰਘ ਜਿੰਦਾ ਹੁਣਾਂ ਦੀ ਗ੍ਰਿਫਤਾਰੀ ਦੀ, ਤਾਂ ਫਿਰ ਉਹਨਾਂ ਨੂੰ ਗ੍ਰਿਫਤਾਰ ਕਿਸ ਤਰ੍ਹਾਂ ਕੀਤਾ ਗਿਆ, ਕਿਸ ਤਰ੍ਹਾਂ ਫੜਿਆ, ਕਿਸ ਤਰ੍ਹਾਂ ਗਿਆ ਉਹਨਾਂ ਨੂੰ? ਭਾਈ ਹਰਜਿੰਦਰ ਸਿੰਘ ਨੂੰ ਤੇ ਦਿੱਲੀ ਤੋਂ ਹੀ ਫੜਿਆ ਗਿਆ, ਮਜਨੂ ਕੇ ਟਿੱਲੇ ਤੋਂ ਦੂਜੀ ਵਾਰੀ ਫੜਿਆ ਗਿਆ। ਪਹਿਲੀ ਵਾਰੀ ਤੇ ਕਰੋਲ ਬਾਗ ਤੋਂ ਫੜਿਆ ਗਿਆ ਸੀ। ਉਦੋਂ ਭਾਈ ਸਾਹਿਬ ਅਹਿਮਦਾਬਾਦ ਜੇਲ੍ਹ ਤੋਂ ਫਰਾਰ ਹੋ ਗਏ ਸੀ। ਉਹਦੇ ਬਾਅਦ 'ਚ ਫਿਰ ਜਦੋਂ ਮਜਨੂ ਕੇ ਟਿੱਲੇ ਤੋਂ ਫੜੇ ਗਏ ਨਾ, ਜਿਹੜੀ ਰਹਿਤੇ ਰਹਿੰਦੇ ਸੀ ਉੱਥੇ ਨਾਲ ਹੀ ਕੋਈ ਇੱਕ ਗਦਾਰ ਰਲਿਆ ਸੀ, ਪੰਜਾਬੀ ਆਪਣਾ ਕੋਈ ਸਰਦਾਰ ਸੀ, ਉਹ ਸਰਕਾਰ ਦੇ ਨਾਲ ਰਲਿਆ ਸੀ। 3-4 ਦਿਨ ਤੋਂ ਉਹ ਉੱਥੇ ਸਿੰਘ ਆਉਂਦੇ ਰਹੇ ਆ, ਲੇਕਿਨ ਉਹ ਮਤਲਬ ਭਾਈ ਜਿੰਦਾ ਨਹੀਂ ਆਇਆ। ਤੇ ਪੁਲਿਸ ਚਾਹੁੰਦੀ ਵੀ ਭਾਵੇਂ ਸਾਰੇ ਨਿਕਲ ਜਾਣ, ਭਾਈ ਜਿੰਦਾ ਜ਼ਰੂਰ ਫੜਾਇਆ ਜਾਣਾ ਚਾਹੀਦਾ। ਤੇ ਨਹੀਂ ਤੇ ਉਹ ਚਾਹੁੰਦਾ ਤੇ ਕਿੰਨੇ ਕਾਫੀ ਸਿੰਘ ਉੱਥੋਂ ਫੜਾ ਸਕਦਾ ਹੈ। ਤੇ ਉੱਥੇ ਕੋਈ ਹਥਿਆਰ ਇਹਨਾਂ ਮੰਗਾਉਣੇ, ਤੇ ਭਾਈ ਜਿੰਦਾ ਵੀ ਉੱਧਰੋਂ ਆ ਗਿਆ ਤੇ ਉੱਧਰੋਂ ਹਥਿਆਰ ਵੀ ਇਹਨਾਂ ਮੰਗਾਉਣੇ ਉੱਧਰ ਨਹੀਂ। ਜਿੱਦਣ ਭਾਈ ਜਿੰਦਾ ਆ ਗਿਆ ਤੇ 4 ਸਵੇਰੇ ਇਹਨਾਂ ਸਿਵਲ ਵਰਦੀਆਂ 'ਚ ਪੁਲਿਸ ਵਾਲੇ ਲੱਗੇ ਹੋਏ ਸੀ। ਲਾਲ ਬੱਤੀ ਤੇ ਇਹਨਾਂ ਡੱਕ ਕੇ ਭਾਈ ਸਤਨਾਮ ਸਿੰਘ ਬਾਵਾ ਸਕੂਟਰ ਚਲਾ ਰਿਹਾ ਸੀ, ਭਾਈ ਜਿੰਦਾ ਮਗਰ ਬੈਠਾ ਹੋਇਆ ਸੀ। ਜਦੋਂ ਲਾਲ ਬੱਤੀ 'ਤੇ ਗਏ ਤੇ 4 ਸਵੇਰੇ ਉਹਨਾਂ ਮਗਰੋਂ ਆਣ ਕੇ ਤੇ ਭਾਈ ਜਿੰਦੇ ਨੂੰ ਜੱਫਾ ਪਾ ਲਿਆ। ਭਾਈ ਜਿੰਦੇ ਕੋਲ ਪਿਸਟਲ ਸੀ,
ਇਹ ਉਹਨਾਂ ਦਾ ਘੁਲਣ ਡਿਆ ਪਿਆ, ਘੁਲਦਿਆਂ ਮੈਗਜ਼ੀਨ ਇਹਦਾ ਥੱਲੇ ਡਿੱਗ ਪਿਆ। ਇਹਦੀ ਕੋਸ਼ਿਸ਼ ਵੀ ਮੈਂ ਇਹ ਮੈਗਜ਼ੀਨ ਚਾੜ ਕੇ ਤੇ ਜਿਹੜੇ ਵੀ ਮਾਰੇ ਜਾਂਦੇ ਉਹਨਾਂ ਨੂੰ ਮਾਰਾਂ, ਲੇਕਿਨ ਉਹ ਇਹਦੀ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਪਿਸਟਲ ਮੈਗਜ਼ੀਨ ਡਿੱਗਣ ਦਾ ਕਰਕੇ। ਫਿਰ ਭਾਈ ਜਿੰਦੇ ਨੇ ਜ਼ੋਰ ਦੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਵੀ ਮੈਂ ਹਰਜਿੰਦਰ ਸਿੰਘ ਜਿੰਦਾ ਫੜਿਆ ਗਿਆ ਜੇ, ਮੈਂ ਹਰਜਿੰਦਰ ਸਿੰਘ ਜਿੰਦਾ ਫੜਿਆ ਗਿਆ ਜੇ। ਉਹਦਾ ਕਹਿਣ ਦਾ ਮਤਲਬ ਇਹ ਵੀ ਨਿਊਜ਼ ਦੇ ਵਿੱਚ ਖਬਰਾਂ ਆ ਜਾਣ ਤੇ ਮੇਰੇ ਸਾਥੀ ਜਿਹੜੇ ਨਿਕਲ ਜਾਣ। ਉਹ ਫਿਰ ਉਹ ਇਹ ਚੀਜ਼ ਦੇ ਵਿੱਚ ਉਹ ਕਾਮਯਾਬ ਹੋ ਗਿਆ ਤੇ ਉਹਨਾਂ ਨੇ 6-7 ਗੋਲੀਆਂ ਭਾਈ ਜਿੰਦੇ ਦੇ ਲੱਤਾਂ 'ਤੇ ਮਾਰਤੀਆਂ। ਤੇ ਭਾਈ ਜਿੰਦਾ ਫਿਰ ਵੀ ਉਹਨਾਂ ਦੇ ਨਾਲ ਸੰਘਰਸ਼ ਕਰਦਾ ਰਿਹਾ। ਚਲੋ ਉਹਨਾਂ ਨੇ ਫਿਰ ਗੱਡੀ 'ਚ ਸੁੱਟਿਆ, ਭਾਈ ਬਾਵੇ ਨੂੰ ਸੁੱਟਿਆ ਤੇ ਇਹਨੂੰ ਸੁੱਟ ਕੇ ਤੇ ਲੈ ਗਏ। ਹਾਂਜੀ, ਉੱਥੇ ਜਾ ਕੇ ਫਿਰ ਟਾਰਚਰ ਕਰਦੇ ਰਹੇ। ਭਾਈ ਜਿੰਦੇ ਹੋਣਾ ਨੇ ਆਪਣੇ ਸਾਥੀਆਂ ਦੇ ਨਾਂ ਤੱਕ ਨਹੀਂ ਦੱਸੇ, ਟਿਕਾਣਾ ਤੇ ਇਹਨਾਂ ਨੇ ਕੀ ਦੱਸਣਾ ਸੀ। ਭਾਈ ਜਿੰਦਾ ਇਹਨਾਂ ਦੇ ਮਤਲਬ ਜਿਹੜੇ ਵੱਡੇ ਅਫਸਰ ਵੀ ਆਉਂਦੇ ਰਹੇ, ਜਿੱਦਾਂ ਕਿ ਵੇਦ ਅਮਰਵਾਲ ਉੱਥੋਂ ਦਾ ਦਿੱਲੀ ਦਾ ਪੁਲਿਸ ਕਮਿਸ਼ਨਰ ਸੀ, ਉਹ ਪਹਿਲਾਂ ਵੀ ਆਇਆ ਸੀ। ਤੇ ਭਾਈ ਜਿੰਦਾ ਉੱਠ ਕੇ ਕਹਿਣ ਲੱਗਾ ਵੀ ਆਪ ਸਾਹਿਬ आपको तो और भी तरक्की मिलेगी। ਉਹ ਕਹੇ ਭਾਈ आपने हमारे को पकड़ ही लिया। ਤੇ ਕਹਿੰਦਾ ਪਰ ਮੈਂ ਤੈਨੂੰ ਫਲਾਨੀ ਥਾਂ ਤੇ ਤੈਨੂੰ ਮੈਂ ਵੇਖਿਆ ਤੇਰੇ ਬੱਚਿਆਂ ਸਮੇਤ, ਤੇ ਤੈਨੂੰ ਮੈਂ ਮਾਰਿਆ ਨਹੀਂ। ਤੂੰ ਨਹੀਂ ਮੈਂ ਤੈਨੂੰ ਮਾਰਿਆ ਕਿ ਤੂੰ ਮੇਰੇ ਤੇ ਤਸ਼ੱਦਦ, ਤੂੰ ਪਿਛਲੀ ਵਾਰੀ ਮੇਰੇ ਨਾਲ ਠੀਕ ਰਿਹਾ, ਤੇ ਜੇ ਤੂੰ ਮੇਰੇ ਨਾਲ ਜ਼ਿਆਦਾ ਹੱਥਾਂ ਮੇਰੇ ਨਾਲ ਕਰਦਾ ਤੇ ਸ਼ਾਇਦ ਮੈਂ ਤੈਨੂੰ ਮਾਰ ਦਿੰਦਾ। ਹੁਣ ਮੈਂ ਫੇਰ ਫੜਿਆ ਗਿਆ ਤੇ ਜੋ ਤੂੰ ਕਰਨਾ ਕਰ ਲਾ, ਤੇ ਮੈਂ ਉਹਦਾ ਬਦਲਾ ਵੀ ਤੈਨੂੰ ਕੋਲ ਲਿਆ ਜਾਊਗਾ। ਪਰ ਹਾਸਾ ਕੇ ਗੱਲਾਂ ਕਰਦਾ ਵੀ ਇਹਦਾ ਬੜਾ ਵੇਖਦਾ ਰਿਹਾ ਵੀ ਇਹ ਕਿਸ ਤਰ੍ਹਾਂ ਦਾ ਆਦਮੀ ਆ। ਉਹਨੇ ਆਪਣੀ ਕਿਤਾਬ ਦੇ ਵਿੱਚ ਵੀ ਲਿਖਿਆ ਵੀ ਹਰਜਿੰਦਰ ਸਿੰਘ ਜਿੰਦਾ ਮੈਂ 2 ਵਾਰ ਜੋ ਪੁਲਿਸ ਕਮਿਸ਼ਨਰ ਜਦੋਂ 2ਵੀਂ ਵਾਰੀ ਮੇਰੇ ਕੋਲ ਹੀ ਫੜਿਆ ਗਿਆ, ਤੇ ਮੈਂ ਜਦੋਂ ਇਹਦੇ ਨਾਲ ਗੱਲਾਂ ਬਾਤਾਂ ਕਰਦਾ ਤੇ ਹਾਸਾ ਕੇ ਗੱਲਾਂ ਕਰਦਾ ਸੀ ਤੇ ਬੜੀ ਚੜ੍ਹਦੀਆਂ ਕਲਾ ਵਾਲੀਆਂ ਗੱਲਾਂ ਕਰਦਾ ਰਿਹਾ। ਬਿਲਕੁਲ ਜੀ, ਭਾਈ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਜਿੰਦਾ ਦੀ ਜਦੋਂ ਗ੍ਰਿਫਤਾਰੀ ਹੋਈ ਆ ਫਿਰ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ, ਜਿਸ ਤਰ੍ਹਾਂ ਕਿ ਉਹ ਪਹਿਲੋਂ ਰਹੇ, ਪੁਲਿਸ ਨੂੰ ਚਕਮਾ ਦੇ ਕੇ ਬਾਰ-ਬਾਰ ਉਹ ਨਿਕਲਦੇ ਵੀ ਰਹੇ। ਤੇ ਜਿਨ੍ਹਾਂ ਦੁਸ਼ਟਾਂ ਨੇ ਸਿੱਖਾਂ ਦੇ ਉੱਤੇ ਤਸ਼ੱਦਦ ਕੀਤਾ ਜਾਂ ਇਸ ਚੀਜ਼ ਦੇ ਵਿੱਚ ਉਹਨਾਂ ਦੀ ਕਿਤੇ ਨਾ ਕਿਤੇ ਮਿਲੀ ਭੁਗਤ ਸੀ, ਉਹਨਾਂ ਨੇ ਸੋਧਾ ਵੀ ਲਾਇਆ। ਭਾਈ ਸਾਹਿਬ, ਜਦੋਂ ਤੁਸੀਂ ਹਰਜਿੰਦਰ ਸਿੰਘ ਜਿੰਦਾ ਹੋਰਾਂ ਨੂੰ ਜਦੋਂ ਗ੍ਰਿਫਤਾਰ ਹੋ ਗਏ, ਜੇਲ੍ਹ ਦੇ ਵਿੱਚ ਮਿਲੇ, ਤਾਂ ਕੀ ਗੱਲਾਂ ਬਾਤਾਂ ਹੋਈਆਂ, ਕੀ ਕੁਝ ਕਿਹਾ? ਉਹਨਾਂ ਨੇ ਇਹ ਵੀ ਦੱਸਿਆ ਕਿ ਜੇ ਨਾ ਫੜੇ ਜਾਂਦੇ ਤਾਂ ਅੱਗੇ ਕਿਸੇ ਹੋਰ ਵਿਅਕਤੀ ਨੂੰ ਵੀ ਸੋਧਾ ਲਾਇਆ ਜਾਣਾ ਸੀ। ਉਹ ਜੀ ਇਸ ਤਰ੍ਹਾਂ ਹੀ ਉਹ ਚਾਹੁੰਦੇ ਸੀ ਵੀ ਉਹਨਾਂ ਨੂੰ ਪੰਜਾਬ ਦਾ CM ਵੀ ਲਾਲਚ ਦਿੰਦੇ ਸੀ, ਏਜੰਸੀਆਂ ਦਿੰਦੀਆਂ ਅਸੀਂ ਬਣਾ ਦਿੰਦੇ ਹਾਂ। ਤੇ ਪਰ ਉਹ ਇਹੋ ਜਿਹੀ ਸੋਚ ਨਹੀਂ ਸੀ ਰੱਖਦੇ। ਉਹ ਖਾਲਿਸਤਾਨ ਦੀ ਸੰਘਰਸ਼ ਲਈ ਮਤਲਬ ਉਹਨਾਂ ਨੇ ਆਪਣਾ ਜਿਹੜਾ ਸਾਰਾ ਕੁਛ ਹਾਜ਼ਰ ਕੀਤਾ ਸੀ। ਭਾਈ ਸਾਹਿਬ ਜੀ, ਜਦੋਂ ਗ੍ਰਿਫਤਾਰੀ ਹੋਈ ਸੀਗੀ ਤੇ ਫਿਰ ਬਾਅਦ ਦੇ ਵਿੱਚ ਤੁਸੀਂ ਮਿਲਦੇ ਵੀ ਰਹੇ, ਜਦ ਫਿਰ ਸਜ਼ਾ ਦੇ ਉੱਤੇ ਗੱਲ ਆਈ ਤਾਂ ਫਿਰ ਕੀ ਕੁਝ ਹੋਇਆ? ਜਦੋਂ ਪਹਿਲੀ ਵਾਰ ਗ੍ਰਿਫਤਾਰ ਉੱਥੇ ਪੂਨੇ ਵਿੱਚ ਭਾਈ ਸਾਹਿਬ ਨੂੰ ਖੜਿਆ ਨਾ, ਪਹਿਲਾਂ ਨਾਸ਼ਕ ਖੜਿਆ ਗਿਆ। ਨਾਸ਼ਕ ਖੜਿਆ ਗਿਆ, ਮੈਂ ਉਦੋਂ ਟਾਟਾ ਨਗਰ ਟਰੱਕਾਂ ਤੇ ਹਾਂ, ਮਾਤਾ ਜੀ ਮੇਰੇ ਕੋਲ ਗਏ ਤੇ ਮੈਂ ਉੱਥੋਂ ਪੰਜੀਰੀ ਬਣਾਈ। ਜਦੋਂ ਪਹਿਲੀ ਵਾਰ ਮਾਤਾ ਜੀ ਉਹਨਾਂ ਕੋਲ ਗਏ ਆ, ਮਾਤਾ ਜੀ ਪੰਜੀਰੀ ਲੈ ਕੇ ਤੇ ਉੱਥੇ ਨਾਸ਼ਕ ਗਏ ਤੇ ਮਾਤਾ ਜੀ ਨੂੰ ਵੇਖ ਕੇ ਭਾਈ ਜਿੰਦੇ ਦੇ ਉੱਤੇ 7 ਗੋਲੀਆਂ ਲੱਗੀਆਂ ਹੋਈਆਂ ਸੀ ਤੇ ਲੇਕਿਨ ਦਰਦ ਨਾਲ ਕਾਫੀ ਦੁਖੀ ਵੀ ਸੀ। ਪਰ ਮਾਤਾ ਜੀ ਨੂੰ ਵੇਖ ਕੇ ਨਾਰੇ ਖਾਲਿਸਤਾਨ ਦੇ ਲਾਏ ਗਿਆ, ਚੜ੍ਹਦੀ ਕਲਾ ਦੇ ਨਾਰੇ ਲਈ ਗਿਆ। ਮਾਤਾ ਜੀ ਉਹ ਬਥੇਰਾ ਕਹਿੰਦੀ ਵੀ ਮੈਂ ਤੈਨੂੰ ਮਿਲਣ ਵਾਸਤੇ ਜਾਂ ਘੜੀ ਆਪਾਂ ਗੱਲਾਂ ਕਰਾਂਗੇ, ਪਰ ਉਹ ਆਂਦਾ ਵੀ ਸਾਰੀ ਉਮਰ ਮਾਤਾ ਜੀ ਆਪਾਂ ਬਹੁਤ ਗੱਲਾਂ ਕੀਤੀਆਂ, ਬਹੁਤ ਮਿਲੇ ਆ, ਪਰ ਮੈਂ ਇਹਨਾਂ ਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਵੀ ਇਹ ਕਿੰਨੀ ਕੁ ਚੜ੍ਹਦੀ ਕਲਾ ਵਿੱਚ ਆ। ਉੱਥੋਂ ਦਾ ਜਿਹੜਾ IG ਸੀ ਨਾ, ਉਹ ਆਂਦਾ ਵੀ ਤੂੰ ਹੁਣ ਬੜਾ ਤੜਫਣ ਡਿਆ, ਬੜਾ ਰੌਲਾ ਪਾਉਣ ਡਿਆ, ਤੈਨੂੰ ਮੈਂ ਉਦੋਂ ਵੇਖੂੰਗਾ ਜਦੋਂ ਤੈਨੂੰ ਫਾਂਸੀ ਹੋਈ। ਕਹਿੰਦਾ ਉਹ ਵੀ ਟਾਈਮ ਆਇਆ ਨਾ, ਉਦੋਂ ਵੀ ਵੇਖ ਲਈ, ਉਦੋਂ ਵੀ ਮੈਂ ਇੱਦਾਂ ਚੜ੍ਹਦੀ ਕਲਾ ਵਿੱਚ ਹੀ ਰਹੂੰਗਾ। ਇਹ ਨਹੀਂ ਹੋਊਗਾ ਵੀ ਮੈਂ ਉਦੋਂ ਰੋਂਦਾ ਹੋਊਗਾ, ਮੇਰੇ ਤੇ ਮਾਲਕ ਦੀ ਕਿਰਪਾ, ਮੈਂ ਉਦੋਂ ਵੀ ਚੜ੍ਹਦੀ ਕਲਾ ਵਿੱਚ ਹੋਊਗਾ। ਉਹ ਗੱਲ ਹੈ ਜਦੋਂ ਭਾਈ ਸਾਹਿਬ ਨੂੰ ਸਜ਼ਾ ਸੁਣਾਉਣ ਵਾਸਤੇ ਜੱਜ ਨੇ ਪਹਿਲਾਂ ਬੁਲਾਇਆ ਨਾ, ਪਹਿਲੀ ਗੱਲ ਤੇ ਜੱਜ ਨੇ ਭਾਈ ਜਿੰਦੇ ਦਾ ਕੋਈ ਵੀ ਗਵਾਹ ਨਹੀਂ ਮੰਨਿਆ ਤੇ ਭਾਈ ਸੁੱਖੇ ਦਾ ਇੱਕ ਗਵਾਹ ਬਾਡੀਗਾਰਡ ਮੰਨਿਆ ਗਿਆ। ਤੇ ਭਾਈ ਜੱਜ ਨੇ ਇਹਨਾਂ ਨੂੰ ਪਹਿਲਾਂ ਤੇ ਬਰੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਜਦੋਂ ਮਤਲਬ ਇਹਨਾਂ ਲਿਖਤੀ ਤੌਰ ਤੇ ਬਿਆਨ ਲਿਖ ਕੇ ਦੇ ਦਿੱਤਾ ਵੀ ਸਾਡੇ ਸ਼੍ਰੀ ਅਕਾਲ ਤਖ਼ਤ ਨੂੰ ਢਹਿ ਢੇਰੀ ਕੀਤਾ, ਹਰਿਮੰਦਰ ਸਾਹਿਬ ਦੇ ਗੋਲੀਆਂ ਵੱਜੀਆਂ, ਹਜ਼ਾਰਾਂ ਸਿੰਘ ਸੰਗਣੀ ਭੁਜੰਗੀ ਸ਼ਹੀਦ ਕੀਤੇ, ਨਿਰਦੋਸ਼ ਲੋਕ ਬਹੁਤ ਮਾਰੇ ਗਏ, ਇਹ ਤਾਂ ਬਦਲਾ ਲੈਣ ਵਾਸਤੇ ਅਸੀਂ ਜਨਰਲ ਵੈਦਰ ਨੂੰ ਮਾਰਿਆ। ਇਹ ਸਾਰਾ ਇਹਨਾਂ ਲਿਖ ਕੇ ਜੱਜ ਨੂੰ ਦਿੱਤਾ। ਉਹ ਲਿਖਣ ਕਰਕੇ ਜੱਜ ਨੇ ਫਿਰ ਸੋਚਿਆ ਵੀ ਮੈਂ ਇਹਨਾਂ ਨੂੰ ਉਮਰ ਕੈਦ ਦੇਵਾਂ। ਅਸਲ 'ਤੇ ਜਿਹੜਾ ਜੱਜ ਸੀ ਇਹਨਾਂ ਦੇ ਨਾਲ ਕਾਫੀ ਪਿਆਰ ਕਰਦਾ ਹੈ ਤੇ ਉਹ ਚਾਹੁੰਦਾ ਸੀ ਵੀ ਮੈਂ ਉਮਰ ਕੈਦ ਦੇਵਾਂ।
ਤੇ ਜੱਜ ਨੇ ਸੁਨੇਹਾ ਵੀ ਭੇਜਿਆ ਵੀ ਮੈਂ ਤੁਹਾਨੂੰ ਉਮਰ ਕੈਦ ਦਊਂਗਾ, ਜਿੱਦਣ ਮੈਂ ਫੈਸਲਾ ਸੁਣਾਉਣਾ ਤੁਸੀਂ ਕੋਈ ਵੀ ਖਾਲਿਸਤਾਨ ਦਾ ਨਾਰਾ ਨਹੀਂ ਲਾਉਣਾ, ਕੋਈ ਗੱਲ ਨਹੀਂ ਕਰਨੀ, ਚੁੱਪ ਕੀਤੇ ਰਹਿਣਾ। ਭਾਈ ਜਿੰਦੇ ਨੇ ਆਖਿਆ ਵੀ ਨਹੀਂ, ਵਕੀਲਾਂ ਕੋਲ ਸੁਨੇਹਾ ਭੇਜਿਆ, ਵਕੀਲਾਂ ਨੂੰ ਜਿੰਦੇ ਹੋਣਾ ਇਹ ਆਖਿਆ ਵੀ ਨਹੀਂ ਅਸੀਂ ਜੋ ਕੀਤਾ ਉਹ ਕਵਾਂਗੇ, ਜੱਜ ਨੇ ਜੋ ਸਜ਼ਾ ਦੇਣੀ ਦਿਓ। ਉਹ ਵਕੀਲ ਸਾਡੇ ਕੋਲ ਆਏ, ਸਾਨੂੰ ਕਹਿਣ ਲੱਗੇ ਵੀ ਤੁਸੀਂ ਜਿੰਦੇ ਹੋਣਾ ਨੂੰ ਮਨਾਓ ਵੀ ਉਸ ਦਿਨ ਚੁੱਪ ਕੀਤੇ ਰਹਿਣਗੇ ਤੇ ਅਸੀਂ ਉਮਰ ਕੈਦ ਦਵਾਵਾਂਗੇ। ਅਸੀਂ ਜਾ ਕੇ ਭਾਈ ਜਿੰਦੇ ਸੁਖੀ ਹੋਣਾ ਨੂੰ ਕਿਹਾ ਵੀ ਤੁਸੀਂ ਚੁੱਪ ਕੀਤੇ ਰਹੋ, ਤੁਹਾਨੂੰ ਉਮਰ ਕੈਦ ਮਿਲਦੀ ਹੈ, ਤੁਸੀਂ ਫਾਂਸੀ ਲੈ ਕੇ ਕੀ ਲੈਣਾ। ਉਹ ਕਹਿੰਦੇ ਨਹੀਂ ਅਸੀਂ ਝੂਠ ਨਹੀਂ ਬੋਲਾਂਗੇ, ਅਸੀਂ ਜੋ ਵੀ ਕੀਤਾ ਉਹ ਕਵਾਂਗੇ, ਖਾਲਿਸਤਾਨ ਦੇ ਨਾਅਰੇ ਵੀ ਲਾਵਾਂਗੇ, ਭਿੰਡਰਾਂਵਾਲੇ ਦੇ ਨਾਅਰੇ ਵੀ ਲਾਵਾਂਗੇ, ਇਹਨਾਂ ਨੇ ਜਿਹੜੀ ਕੋਈ ਸਜ਼ਾ ਦੇਣੀ ਦੇਵੇ। ਉਹ ਗੱਲ ਕੀਤੀ। 12 ਵਜੇ ਜੱਜ ਫੈਸਲਾ ਸੁਣਾਉਣ ਵਾਸਤੇ ਆਇਆ, ਉਮਰ ਕੈਦ ਲਿਖ ਕੇ ਲੈ ਕੇ ਆਇਆ। ਇਹਨਾਂ ਨੇ ਖਾਲਿਸਤਾਨ ਦੇ ਨਾਅਰੇ ਲਾਏ, ਸੰਤ ਭਿੰਡਰਾਂਵਾਲੇ ਦੇ ਨਾਅਰੇ ਲਾਏ, ਬੋਲੇ ਸੋ ਨਿਹਾਲ ਦੇ ਜੰਕਾਰੇ ਛੱਡੇ। ਜੱਜ ਨੇ ਉਹ 12 ਵਜੇ ਫੈਸਲਾ ਸੁਣਾਉਣ ਦੀ ਬਦਲੇ 3 ਵਜੇ ਸੁਣਾਇਆ। ਉਹ ਫੈਸਲਾ ਕੱਟ ਕੇ ਆਣ ਕੇ ਫਿਰ ਫਾਂਸੀ ਦੀ ਸਜ਼ਾ ਲਿਖ ਕੇ ਲੈ ਕੇ ਆਇਆ। ਜਦੋਂ ਪਹਿਲਾਂ ਭਾਈ ਸੁਖਦੇਵ ਸਿੰਘ ਜੀ ਨੂੰ ਬੁਲਾਇਆ ਤੇ ਭਾਈ ਸੁਖਦੇਵ ਸਿੰਘ ਜੀ ਨੂੰ ਆਖਿਆ ਵੀ ਤੈਨੂੰ ਜਨਰਲ ਵੈਦਾ ਕੇਸ ਵਿੱਚ ਫਾਂਸੀ ਸਜ਼ਾ ਦਿੱਤੀ ਜਾਂਦੀ ਆ। ਭਾਈ ਸੁਖਦੇਵ ਸਿੰਘ ਨੇ ਖਾਲਿਸਤਾਨ ਦੇ ਨਾਅਰੇ ਲਾਏ, ਬੋਲੇ ਸੋ ਨਿਹਾਲ ਦੇ ਜੰਕਾਰੇ ਛੱਡ ਕੇ ਤੇ ਜੱਜ ਦਾ ਧੰਨਵਾਦ ਵੀ ਕੀਤਾ। ਤੇ ਫਿਰ ਭਾਈ ਜਿੰਦੇ ਨੂੰ ਬੁਲਾਇਆ ਗਿਆ, ਭਾਈ ਜਿੰਦੇ ਨੇ ਵੀ ਖਾਲਿਸਤਾਨ ਦੇ ਨਾਅਰੇ ਲਾਏ ਤੇ ਜੱਜ ਦਾ ਧੰਨਵਾਦ ਕੀਤਾ। ਔਰ ਜੱਜ ਨੂੰ ਇਹ ਵੀ ਕਿਹਾ, ਜੱਜ ਸਾਹਿਬ ਅੱਜ ਖਾਲਿਸਤਾਨ ਦਾ ਸਭ ਤੋਂ ਖੁਸ਼ੀ ਦਾ ਦਿਨ ਵਾ, ਇਹ ਖੁਸ਼ੀ ਵਿੱਚ ਅਸੀਂ ਇੱਕ ਪਾਰਟੀ ਕਰਨਾ ਚਾਹੁੰਦੇ ਹਾਂ ਔਰ ਪਾਰਟੀ ਵਿੱਚ ਜੱਜ ਸਾਹਿਬ ਤੁਸੀਂ ਵੀ ਸ਼ਾਮਲ ਹੋ। ਤੇ ਜੱਜ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ। ਜੱਜ ਕਹਿੰਦਾ ਸੌਰੀ, ਮੈਂ ਆਪ ਨੂੰ ਬਹੁਤ ਪਿਆਰ ਕਰਦਾ ਹਾਂ, ਮੈਂ ਮਜਬੂਰੀ ਕਰਕੇ ਤੁਹਾਨੂੰ ਸਜ਼ਾ ਦਿੱਤੀ, ਮੈਂ ਤੁਹਾਨੂੰ ਸਜ਼ਾ ਨਹੀਂ ਸੀ ਦੇਣੀ ਚਾਹੁੰਦਾ। ਤੇ ਉਸ ਤੋਂ ਬਾਅਦ ਭਾਈ ਜਿੰਦੇ ਹੋਣਾ ਨੇ ਲੱਡੂ ਰੱਖੇ ਹੋਏ ਸੀ, ਉਹਨਾਂ ਨੂੰ ਪਤਾ ਸੀ ਵੀ ਸਾਨੂੰ ਇਹ ਇਨਾਮ ਮਿਲਣਾ। ਇਹਨਾਂ ਨੇ ਜੇਲ੍ਹ ਦੇ ਵਿੱਚ ਜੋ ਬੂੰਦੀ ਬਾਂਦੀ ਕਢਵਾਈ ਤੇ ਉਹ ਜਾ ਕੇ ਇਹਨਾਂ ਜਦੋਂ ਵੰਡੀ, ਬੜੇ ਖੁਸ਼ ਜੇਲ੍ਹ ਵਾਲੇ ਵੀ, ਭਾਈ ਜਿੰਦਾ ਤੇ ਭਾਈ ਸੁੱਖਾ ਰਿਹਾ ਹੋ ਗਏ ਹੋਣੇ ਆ। ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਆਂਦੇ ਵੀ ਤੁਸੀਂ ਰਿਹਾ ਹੋ ਗਏ ਜੋ, ਆਂਦੇ ਵੀ ਅੱਜ ਸਾਨੂੰ ਫਾਂਸੀ ਦਾ ਨਾਮ ਮਿਲਿਆ, ਇਹ ਖੁਸ਼ੀ ਵਿੱਚ ਤੁਸੀਂ ਲੱਡੂ ਖਾਓ। ਉਹ ਫਿਰ ਉਹਨਾਂ ਨੇ ਲੱਡੂ ਤੇ ਕੀ ਖਾਣੇ, ਫਿਰ ਲੀਅਰ ਵਾਲਿਆਂ ਨੇ ਉਹਨਾਂ ਫਿਰ ਲੱਡੂ ਨਹੀਂ ਖਾਏ। ਫਿਰ ਸਾਰੇ ਅਸੀਂ ਗਏ ਉੱਥੇ ਮੁਲਾਕਾਤ 'ਤੇ ਗਏ ਹਾਂ ਤੇ ਮੁਲਾਕਾਤ 'ਤੇ ਗਏ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਤੇ ਲੱਡੂ ਵੰਡਣੇ ਆ, ਖੁਸ਼ੀਆਂ ਮਨਾਉਣੀਆਂ। ਜਦੋਂ ਫਾਂਸੀ ਸੁਣਾਈ, ਜਦੋਂ ਅਸੀਂ ਉੱਥੇ ਗਏ ਆ ਗੁਰਦੁਆਰਾ ਸਾਹਿਬ, ਜਿੰਨੇ ਵੀ ਉੱਥੋਂ ਦੇ ਸਿੱਖ ਜਿਹੜੇ ਬਹੁਤ ਜ਼ਿਆਦਾ ਮਤਲਬ ਜ਼ਿਆਦਾ ਸਿੱਖੀ ਹੈਗੀ ਪੂਨੇ ਵਿੱਚ, ਉਹ ਲੋਕ ਜਿਹੜੇ ਪੂਨੇ ਦੇ ਲੋਕ ਆ ਨਾ, ਉਹਨਾਂ ਦੀਆਂ ਹਲਵਾਈਆਂ ਦੀਆਂ ਦੁਕਾਨਾਂ ਜਿੰਨੀਆਂ, ਉਹਨਾਂ ਸਾਰੀਆਂ ਮਠਿਆਈਆਂ ਗੁਰਦੁਆਰਾ ਸਾਹਿਬ ਲੈਣਤੀਆਂ ਤੇ ਲੰਗਰ ਹੀ ਮਤਲਬ ਮਠਿਆਈ ਦੇ ਲਾਤੇ। ਮੇਰਾ ਕਹਿਣ ਦਾ ਮਤਲਬ ਵੀ ਉਹਨਾਂ ਖੁਸ਼ੀ ਜੋ ਵੀ ਭਾਈ ਸਾਹਿਬ ਹੋਣਾ ਕਿਹਾ ਸੀ ਉਹ ਕੀਤਾ। ਉਹ ਅਖਬਾਰਾਂ ਵਾਲੇ ਆ ਗਏ, ਫਿਰ ਅਖਬਾਰਾਂ ਵਾਲੇ ਮਾਤਾ ਜੀ ਨੂੰ ਪੁੱਛਦੇ ਵੀ ਮਾਤਾ ਜੀ ਬਿਆਨ ਲੈਣ ਦਾ ਪਏ, ਤੇ ਮਾਤਾ ਜੀ ਕਹਿੰਦੀ ਮੇਰੇ ਪੁੱਤ ਸ਼ੇਰ ਆ, ਸ਼ੇਰ ਵਾਲਾ ਕੰਮ ਕੀਤਾ ਤੇ ਮੈਨੂੰ ਬੜੀ ਖੁਸ਼ੀ ਆ। ਉਹੀ ਖਬਰਾਂ ਅਗਲੇ ਦਿਨ ਅਖਬਾਰਾਂ 'ਤੇ ਆਈਆਂ, ਬੜੀ ਚੜ੍ਹਦੀ ਕਲਾ ਵਿੱਚ ਆਈਆਂ। ਸੋ ਬਿਲਕੁਲ ਜਿਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਆ ਉਹ ਅਖਬਾਰਾਂ ਦੇ ਵਿੱਚ ਆਈਆਂ, 9 ਅਕਤੂਬਰ 1992 ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਦੇ ਦਿੱਤੀ ਗਈ ਤੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਤੇ ਅੱਜ ਵੀ ਸਿੱਖ ਕੌਮ ਉਹਨਾਂ ਦਾ ਬਹੁਤ ਸਤਿਕਾਰ ਕਰਦੀ ਆ। ਭਾਈ ਸਾਹਿਬ, ਜੇਕਰ ਹੁਣ ਦੀ ਗੱਲ ਕੀਤੀ ਜਾਵੇ ਜਾਂ ਜਦੋਂ ਫਾਂਸੀ ਹੋਈ ਉਸ ਤੋਂ ਬਾਅਦ ਦੇ ਵਿੱਚ ਵੀ ਕੁਝ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਆਈਆਂ? ਇੱਕ ਦੋ ਵਾਰਾਂ ਆਈਆਂ ਵਾ, ਉਸ ਤੋਂ ਬਾਅਦ ਨਹੀਂ ਆਈਆਂ ਜੀ। ਹਾਂਜੀ ਹਾਂ, ਹੁਣ ਤਾਂ ਠੀਕ ਹੈ ਜੀ ਸਾਰਾ। ਜੇਕਰ ਗੱਲ ਕਰੀਏ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਹੋਣਾ ਦੀ, ਤਾਂ ਅੱਜ ਉਹਨਾਂ ਦੀ ਸ਼ਹਾਦਤ ਦੇ ਉੱਤੇ ਪਰਿਵਾਰ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਕਰਦਾ ਆ? ਮਾਣ ਤਾਂ ਸਦੀਵ ਹੀ ਆ ਜੀ, ਇਹ ਤਾਂ ਇਹੋ ਜਿਹਾ ਸਤਿਕਾਰ ਤੇ ਪਰਮਾਤਮਾ ਕਿਸੇ ਨੂੰ ਦਿੰਦਾ ਜੀ। ਅਸੀਂ ਬੜਾ ਧੰਨਵਾਦ ਹੈ ਪਰਮਾਤਮਾ ਦੇ ਵੀ, ਸ਼ੁਕਰਗੁਜ਼ਾਰ ਹਾਂ, ਸਿੱਖ ਕੌਮ ਦੇ ਵੀ ਰਿਣੀ ਆ, ਦੁੱਖ ਸੁੱਖ ਦੇ ਵਿੱਚ ਸਾਡਾ ਸਾਥ ਦਿੱਤਾ ਜੀ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸ਼ਹੀਦੀ ਹੋਈ, ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਆ ਹੁਣ ਜਦ ਕਿਤੇ ਆਮ ਲੋਕਾਂ ਦੇ ਵਿੱਚ ਵਿਚਰਦੇ ਜੇ ਜਾਂ ਕਿਸੇ ਸਮਾਗਮ ਦੇ ਵਿੱਚ ਜਾਂਦੇ ਜੇ? ਜਦੋਂ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਦੀ ਸ਼ਹੀਦੀ ਹੋਈ ਸੀ, ਅਸੀਂ ਉੱਥੇ ਸਵੇਰੇ 9 ਵਜੇ ਤੋਂ ਲਾ ਕੇ ਰਾਤ ਦੇ 9 ਵਜੇ ਤੱਕ ਮੁਲਾਕਾਤਾਂ ਕਰਦੇ ਰਹੇ। ਘੱਟ ਤੋਂ ਘੱਟ ਵੀ ਅਸੀਂ 35 ਆਦਮੀ ਸਾਂ, ਬੀਬੀਆਂ ਤੇ ਸਾਰੇ ਜਣੇ। ਆਖਰੀ ਮੁਲਾਕਾਤ ਸਾਡੀ ਸੀ, ਮੇਰੀ ਤੇ ਭੈਣ ਜੀ ਤੇ ਨਾਲ ਦੋ ਤਿੰਨ ਜਣੇ ਹੋਰ ਹੋਵਾਂਗੇ।
ਆਖਰੀ ਮੁਲਾਕਾਤ 'ਤੇ ਅਸੀਂ ਜਦੋਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਆ ਤੇ ਬੜੀ ਚੜ੍ਹਦੀ ਕਲਾ ਵਿੱਚ ਦਿਖਾਈ ਦੇ ਰਹੇ ਆ ਜੀ ਤੇ ਹਾਸਾ ਸਾਡੇ ਨਾਲ ਗੱਲਾਂ ਕਰ ਰਹੇ ਆ। ਜੀ ਅਸੀਂ ਵੀ ਜਦੋਂ ਮੁਲਾਕਾਤ ਕੀਤੀ ਸਾਡੇ ਕੋਈ ਮਨ ਤੇ ਟੈਨਸ਼ਨ ਨਹੀਂ ਵੀ ਇਹਨਾਂ ਨੇ ਸ਼ਹੀਦ ਹੋ ਜਾਣਾ। ਜੀ ਸਾਨੂੰ ਤੇ ਐਂ ਲੱਗ ਰਿਹਾ ਹੈ ਜਿੱਦਾਂ ਅਸੀਂ ਆਮ ਜਿੱਦਾਂ ਪਹਿਲਾਂ ਮੁਲਾਕਾਤਾਂ ਕਰਕੇ ਜਾਂਦੇ ਆ ਨਾ, ਜੀ ਇੱਦਾਂ ਹੀ ਮੁਲਾਕਾਤਾਂ ਕਰ ਰਹੇ ਹਾਂ। ਜੀ ਤੇ ਜਦੋਂ ਅਸੀਂ ਤੁਰਨ ਲੱਗੇ ਆ ਜਦੋਂ ਉਹਨਾਂ ਗੱਲਾਂ ਕੀਤੀਆਂ, ਫਿਰ ਉਹਨੂੰ ਪੁੱਛਿਆ ਵੀ ਆ ਵੀ ਤੁਹਾਡਾ ਰਾਤ ਦਾ ਕੀ ਪ੍ਰੋਗਰਾਮ ਆ। ਜੀ ਉਹਨਾਂ ਕਹਿੰਦੇ ਵੀ ਹੁਣ ਅਸੀਂ 2 ਘੰਟੇ ਅਸੀਂ ਸੌਵਾਂਗੇ ਜੀ ਤੇ 12 ਵਜੇ ਅਸੀਂ ਉੱਠ ਕੇ ਕੇਸੀ ਇਸ਼ਨਾਨ ਕਰਾਂਗੇ। ਦਹੀਂ ਰੱਖਿਆ, ਦਹੀਂ ਦੇ ਨਾਲ ਕੇਸੀ ਇਸ਼ਨਾਨ ਕਰਾਂਗੇ। ਜੀ ਇੱਕ ਸੇਬ ਰੱਖਿਆ, ਉਹ ਵੀ ਛਕਾਂਗੇ। ਜੀ ਫਿਰ 4 ਵਜੇ ਤੱਕ ਅਸੀਂ ਨਿਤਨੇਮ ਦੀਆਂ ਜਿੰਨੀਆਂ ਬਾਣੀਆਂ ਸਾਰੀਆਂ ਬਾਣੀਆਂ ਦਿਨ ਦਾ ਪਾਠ ਕਰਕੇ ਸਾਰਾ ਅਸੀਂ 4 ਵਜੇ ਪੌਣੇ 4 ਵਜੇ ਤਿਆਰ ਹੋ ਜਾਵਾਂਗੇ। ਜੀ ਚੋਲੇ ਕਛਹਿਰੇ ਵਿੱਚ ਹੀ ਅਸੀਂ ਫਾਂਸੀ ਲਵਾਂਗੇ। ਜੀ ਤੇ ਜਦੋਂ ਅਸੀਂ ਜੇਲ੍ਹ ਸੁਪਰਡੈਂਟ ਸਾਨੂੰ ਕਹਿੰਦਾ ਵੀ ਅਸੀਂ ਭਾਈ ਜਿੰਦੇ ਔਰ ਸੁੱਖੇ ਨੂੰ ਜੇ ਇਹਨਾਂ ਦੇ ਚੋਲਿਆਂ ਵਿੱਚ ਫਾਂਸੀ ਨਹੀਂ ਦੇਣੀ, ਇਹਨਾਂ ਨੂੰ ਅਸੀਂ ਦੂਜੇ ਕੱਪੜੇ ਪਾਉਣੇ ਆ। ਜੀ ਮੈਂ ਕਿਹਾ ਵੀ ਨਹੀਂ, ਉਹਨਾਂ ਨੇ ਤੁਹਾਡਾ ਕਹਿਣਾ ਮੰਨਦੇ ਨਹੀਂ ਤੇ ਤੁਹਾਡਾ ਕਹਿਣਾ ਕਿੱਥੋਂ ਮੰਨਣਗੇ। ਉਹ ਕਹਿੰਦੇ ਅਸੀਂ ਤੁਹਾਡਾ ਕਾਨੂੰਨ ਹੀ ਨਹੀਂ ਮੰਨਦੇ, ਜੀ ਅਸੀਂ ਤੁਹਾਡਾ ਕਹਿਣਾ ਕਿਉਂ ਮੰਨੀਏ। ਜੀ ਉਹ ਨਹੀਂ ਮੰਨ ਰਹੇ। ਨਹੀਂ, ਮੈਂ ਪਿਆਰ ਦੇ ਨਾਲ ਮਨਾ ਲੂੰਗਾ ਉਹਨਾਂ ਨੂੰ। ਇੱਕ ਹੋਰ ਚੀਜ਼ ਮੇਰੇ ਜ਼ਿਹਨ ਦੇ ਵਿੱਚ ਆ ਰਹੀ ਹੈ ਭਾਈ ਸਾਹਿਬ, ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਉਹਨਾਂ ਦੀਆਂ ਕੁਝ ਤਸਵੀਰਾਂ ਜਿਹੜੀਆਂ ਆ ਉਹ ਵੀ ਲਈਆਂ ਗਈਆਂ ਸੀ ਜੇਲ੍ਹ ਦੇ ਅੰਦਰ ਹੀ। ਹਾਂਜੀ 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 ਉਸ ਚੀਜ਼ ਦਾ ਜ਼ਿਕਰ ਕਰੋ। ਇਹ ਤਸਵੀਰਾਂ ਜਿਹੜੀਆਂ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਆ ਤੇ ਫਾਂਸੀ ਦੇਣ ਲੱਗਾ ਕਾਫੀ ਟਾਈਮ ਲੱਗਾ। ਜੀ ਉਹਦੇ ਵਿੱਚ ਜੱਜ ਇਹਨਾਂ ਦੇ ਨਾਲ ਕਾਫੀ ਪਿਆਰ ਹੋਣ ਕਰਕੇ ਜੱਜ ਨੇ 2 ਵਾਰੀ ਪਰਮਿਸ਼ਨ ਦਿੱਤੀ ਇਹਨਾਂ ਨੂੰ। ਜੀ ਜਿੰਨੀਆਂ ਵੀ ਤਸਵੀਰਾਂ ਤੁਹਾਨੂੰ ਜਿੱਥੇ ਵੀ ਨੈੱਟ ਤੇ ਜਾਂ ਕਿਤੇ ਵੀ ਤੁਹਾਨੂੰ ਨਜ਼ਰ ਆ ਰਹੀਆਂ ਨਾ, ਜੀ, ਜੀ। ਇਹ ਜੱਜ ਦੀ ਪਰਮਿਸ਼ਨ ਦੇ ਨਾਲ ਜੇਲ੍ਹ ਦੇ ਵਿੱਚ ਇਹਨਾਂ ਨੇ ਖਿਚਵਾਈਆਂ। ਜੀ ਤੇ ਜੱਜ ਕਿਉਂਕਿ ਪਿਆਰ ਕਰਦਾ ਸੀ ਇਹਨਾਂ ਦਾ, ਇਹ ਕਰਕੇ ਉਹਨਾਂ ਨੇ ਜੱਜ ਕੋਲ ਪਰਮਿਸ਼ਨ ਲੈ ਕੇ ਦੋਵੇਂ ਵਾਰ ਤਸਵੀਰਾਂ ਇਹਨਾਂ ਖਿਚਾਈਆਂ। ਜੀ ਹਾਂਜੀ। ਜੀ ਬਾਕੀ ਮੈਂ ਤੁਹਾਨੂੰ ਹੋਰ ਬੇਨਤੀ ਕਰਾਂ ਵੀ ਫਾਂਸੀ ਛਡਾਉਣ ਤੋਂ ਲੈ ਕੇ ਜੀ ਫਾਂਸੀ ਦੇਣ ਤੱਕ ਭਾਈ ਇਹਨਾਂ ਸ਼ਹੀਦਾਂ ਦਾ 15 ਕਿਲੋ weight ਵਧਿਆ। ਜੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਫਾਂਸੀ ਮੈਨੂੰ ਇੱਕ ਵਾਰੀ ਇਹਨਾਂ ਪੁਲਿਸ ਵਾਲਿਆਂ ਨੇ ਚੁੱਕਿਆ ਸੀ ਜੀ ਤੇ ਮੈਨੂੰ ਬੜੀ ਭੁੱਖ ਲੱਗੀ ਸੀ ਜੀ ਤੇ ਮੈਂ ਸੋਚਦਾ ਵੀ ਚੱਲ ਰੱਜ ਕੇ ਰੋਟੀ ਖਾਵਾਂਗੇ। ਜੀ ਉਦੋਂ ਗੋਬਿੰਦ ਰਾਮ ਨੇ ਮੈਨੂੰ ਉੱਥੇ ਕੱਥੂ ਨੰਗਲ ਥਾਣੇ ਤੋਂ ਚੁੱਕਿਆ ਸੀ। ਜੀ ਉਹ ਰਾਤ ਦੇ 10:30 11 ਵਜੇ ਮੇਰੇ ਕੋਲ ਆਇਆ। ਜੀ ਉਹਨੇ ਆਖਿਆ ਵੀ ਇਹਨੂੰ ਢਾਹ ਕੇ ਪੁੱਛੋ ਵੀ ਭਾਈ ਜਿੰਦਾ ਕਿੱਥੇ ਆ। ਜੀ ਤੋ ਮੇਰਾ ਕਹਿਣ ਦਾ ਮਤਲਬ ਵੀ ਮੈਨੂੰ ਇੰਨੇ ਕਹਿਣ ਦੇ ਨਾਲ ਸਾਰੀ ਰਾਤ ਨੀਂਦ ਨਹੀਂ ਆਈ। ਜੀ ਭਾਵੇਂ ਕਿ ਉਹਨਾਂ ਮੈਨੂੰ 4 ਵਜੇ ਸਵੇਰੇ ਕੱਢਿਆ ਸੀ, ਜੀ ਸਵੇਰੇ ਮੇਰੇ ਤੇ ਤਸ਼ੱਦਦ ਕੀਤਾ ਸੀ ਜੀ ਤੇ ਮੈਨੂੰ ਰਾਤ ਰੋਟੀ ਖਾਣ ਨੂੰ ਵੀ ਮੇਰਾ ਜੀ ਨਹੀਂ ਕੀਤਾ। ਜੀ ਤੇ ਇਹਨਾਂ ਨੇ ਫਾਂਸੀ ਛਡਾਉਣ ਤੋਂ ਲਾ ਕੇ ਫਾਂਸੀ ਦੇਣ ਤੱਕ ਜੀ 15 ਕਿਲੋ ਭਾਰ ਇਹਨਾਂ ਦਾ ਵੱਧ ਜਾਣਾ, ਇਹ ਇੱਕ ਮੌਤ ਨੂੰ ਮਖੌਲ ਕਰਨ ਵਾਲੀ ਗੱਲ ਸੀ। ਔਰ ਭਾਈ ਜਿੰਦੇ ਨੇ ਮੈਨੂੰ ਕਿਹਾ ਸੀ, ਜੀ ਮੈਨੂੰ ਕਹਿੰਦਾ ਵੀ ਅਸੀਂ ਜਿਹੜੀ ਮਾਲਕ ਦਾ ਨਾਮ ਜਪਦੇ ਹਾਂ, ਜੀ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਵਿੱਚ ਇੰਨੀ ਜ਼ਿਆਦਾ ਤਾਕਤ ਵਾ ਜੀ ਕਿ ਮੌਤ ਸਾਡੇ ਕੋਲ ਡਰਦੀ ਫਿਰਦੀ ਆ। ਜੀ ਇਹ ਯਕੀਨ ਕਰ, ਮੈਨੂੰ ਕਹਿੰਦਾ ਜੀ ਇਹ ਸੱਚੀ ਗੱਲ ਵਾ। ਮੈਨੂੰ ਕਹਿੰਦਾ ਯਕੀਨ ਕਰ ਵੀ ਬਾਣੀ ਵਿੱਚ ਇੰਨੀ ਤਾਕਤ ਆ, ਜਿਹੜੀ ਮੌਤ ਵਾ ਸਾਡੇ ਕੋਲ ਡਰਦੀ ਫਿਰਦੀ ਆ। ਇਸ ਕਰਕੇ ਉਹਨਾਂ ਦਾ 15 ਕਿਲੋ ਭਾਰ ਵਧਿਆ। ਔਰ 18 ਘੰਟੇ ਉਹ ਬੰਦਗੀ ਕਰਦੇ ਸੀ। ਜੀ 6 ਘੰਟੇ ਉਹ 6 ਘੰਟੇ ਵਿੱਚ ਉਹ ਸੌਂਦੇ ਸੀ, ਜੀ ਆਪਸ ਵਿੱਚ ਕਸਰਤ ਵੀ ਕਰਦੇ ਸੀ, ਜੀ ਚਿੱਠੀਆਂ ਵੀ ਲਿਖਦੇ, ਅਖਬਾਰਾਂ ਵੀ ਪੜ੍ਹਦੇ। ਜੀ ਤੇ ਫਿਰ ਵੀ ਕਹਿੰਦੇ ਵੀ ਜਦੋਂ ਸੌਂਦੇ ਵੀ ਆ ਨਾ, ਜੀ ਜਦੋਂ ਅਸੀਂ ਸੌਂਦੇ ਉਦੋਂ ਵੀ ਸਾਡੀ ਮਤਲਬ ਬਾਣੀ ਜਿਹੜੀ ਆ ਚੱਲਦੀ ਰਹਿੰਦੀ ਆ। ਸਾਡਾ ਮਤਲਬ ਇਦਾਂ ਦਾ ਹੀ ਰੁਝਾਨ ਬਣ ਚੁੱਕਾ ਜੀ ਜੀ ਤੇ ਬਾਣੀ ਵਿੱਚ ਹੀ ਇੰਨੀ ਤਾਕਤ ਵਾ। ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਜੇਲ੍ਹ ਦੇ ਵਿੱਚ ਜਿਹੜੇ ਉਦੋਂ ਅਧਿਕਾਰੀ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜਿਹੜੀ ਫਾਂਸੀ ਆ ਉਹ ਚੋਲਿਆਂ ਦੇ ਵਿੱਚ ਨਹੀਂ ਦਿੱਤੀ ਜਾਣੀ, ਤੇ ਫਿਰ ਉਹ ਫਾਂਸੀ ਜਿਹੜੀ ਜਦ ਦਿੱਤੀ ਗਈ ਤਾਂ ਚੋਲਿਆਂ ਦੇ ਵਿੱਚ ਹੀ ਦਿੱਤੀ ਗਈ ਜਾਂ ਕਿਸ ਤਰ੍ਹਾਂ ਹੋਇਆ? ਹਾਂਜੀ ਹਾਂਜੀ, ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੂਜੇ ਕੱਪੜਿਆਂ ਵਿੱਚ ਫਾਂਸੀ ਦੇਵਾਂਗੇ, ਜੀ ਜਦੋਂ ਅਸੀਂ 9 ਵਜੇ ਮੁਲਾਕਾਤ ਕਰਕੇ ਨਿਕਲੇ ਆ ਨਾ, ਜੀ ਉਦੋਂ ਸਾਡੇ ਦਿਮਾਗ ਤੇ ਆਈ ਇਹ ਤੇ ਸਾਡੇ ਤੋਂ ਸਦਾ ਲਈ ਵਿਛੜ ਚੱਲੇ ਆ। ਜੀ ਉਦੋਂ ਸਾਡੇ ਮਨ ਨੂੰ ਇੰਨਾ ਜੋਸ਼ ਚੜਿਆ, ਅਸੀਂ 1 ਘੰਟਾ ਸਾਡੇ ਸੰਗ ਬਹਿ ਗਏ, ਮੇਰੇ ਭੈਣ ਜੀ ਦੇ ਨਾਲ ਜਿਹੜੇ ਸਾਥੀ, ਜੀ 1 ਘੰਟਾ ਅਸੀਂ ਜੰਕਾਰੇ ਛੱਡਦੇ ਰਹੇ ਹਾਂ। ਉਧਰ ਉੱਥੇ ਡੋੜੀ ਜਿਹੜੀ ਸੀ ਨਾ ਇਹਨਾਂ ਦੀ, ਡੋੜੀ ਜਾ ਕੇ ਉਧਰ ਭਾਈ ਜਿੰਦੇ ਸੁੱਖੇ ਹੋਣੀ ਵੀ ਜੰਕਾਰੇ ਛੱਡਦੇ ਸੀ। ਘੰਟਾ ਸਾਡਾ ਮਤਲਬ ਇੰਨਾ ਜੋਸ਼ ਦੇ ਨਾਲ ਅਸੀਂ 1 ਘੰਟਾ ਜੰਕਾਰੇ ਛੱਡੇ ਆ। ਜੀ ਪਰ ਜਦੋਂ ਸਵੇਰੇ 4 ਵਜੇ ਸਾਨੂੰ ਗੁਰਦੁਆਰਾ ਸਾਹਿਬ ਤੋਂ ਗਣੇਸ਼ਪੇਟ ਗੁਰਦੁਆਰਾ ਉੱਥੋਂ ਲੈ ਕੇ ਪੁਲਿਸ ਦੀਆਂ ਗੱਡੀਆਂ ਲੈ ਕੇ ਗਈਆਂ ਜਿੱਥੇ ਇਹਨਾਂ ਦਾ ਸੰਸਕਾਰ ਕਰਨਾ ਹੈ। ਜੀ ਜਦੋਂ ਗੱਡੀਆਂ ਉੱਥੇ ਲੈ ਕੇ ਗਈਆਂ ਤੇ ਚਿੱਟੀਆਂ ਚਾਦਰਾਂ ਵਿੱਚ ਸ਼ਹੀਦ ਭਾਈ ਹਰਜਿੰਦਰ ਜੀ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਜੀ
ਦੋਵੇਂ ਚਿੱਟੀਆਂ ਚਾਦਰਾਂ ਵਿੱਚ ਲਪੇਟੇ ਹੋਏ ਸੀ। ਮੈਂ ਭਾਈ ਸੁੱਖੇ ਨੂੰ ਪਹਿਲਾਂ ਗੱਡੀ 'ਚੋਂ ਤਾਰ ਵਾਸਤੇ ਪਹਿਲਾਂ ਉਹਨੂੰ ਮੈਂ ਕੱਢਿਆ, ਕੱਢ ਕੇ ਤੇ ਥੱਲੇ ਮਤਲਬ ਵੇਖਿਆ, ਸਿਰ ਤੇ ਪਿਆਰ ਕੀਤਾ, ਹੱਥ ਫੇਰਿਆ, ਚਲੋ ਕੁੱਟ ਕੇ ਜੱਫੀ ਪਾਈ। ਉਹਦੇ ਬਾਅਦ 'ਚ ਮੈਂ ਭਾਈ ਜਿੰਦੇ ਨੂੰ ਕੱਢਿਆ, ਉਹ ਵੀ ਚਿੱਟੀ ਚਾਦਰ ਵਿੱਚ ਲਪੇਟਿਆ ਸੀ। ਭਾਈ ਸੁੱਖੇ ਦੇ ਜਿਹੜੇ ਕੇਸ ਸੀ ਨਾ ਉਹ ਥੋੜੇ ਕਿੰਗਰੇ ਸੀ, ਉਹ ਥੋੜੇ ਸੁੱਕੇ ਜਿਹੇ ਲੱਗਦੇ। ਭਾਈ ਜਿੰਦੇ ਦੇ ਕੇਸ ਥੋੜੇ ਗਿੱਲੇ ਭਾਰੇ ਸੀ ਵਾਲ, ਉਹ ਥੋੜੇ, ਇਸ ਕਰਕੇ ਉਹ ਜਿਹੜੇ ਕੱਪੜੇ ਆ ਨਾ ਇਹਨਾਂ ਨੇ ਕਸ਼ਹਿਰਾ ਪਾਇਆ ਸੀ, ਦੋਵਾਂ ਨੇ ਚੂਲੇ ਪਾਏ ਸੀ, ਕਮਰ ਕਸਾ ਕੀਤਾ ਸੀ, ਦਸਤਾਰ ਗੋਲ ਦਸਤਾਰਾਂ ਸਜਾਈਆਂ ਹੋਈਆਂ ਸੀ। ਫਿਰ ਉਹ ਇਸ਼ਨਾਨ ਅਸੀਂ ਕੀਤਾ ਸੀ ਤੇ ਸੰਸਕਾਰ ਇਹਨਾਂ ਕੀਤਾ ਸੀ। ਘੱਟ ਤੋਂ ਘੱਟ 35 ਜਣੇ ਸੰਸਕਾਰ ਦੇ ਟਾਈਮ ਤੇ ਸਾਡੇ ਪਰਿਵਾਰ ਦੇ ਜੀ ਜਿਹੜੇ ਰਿਸ਼ਤੇਦਾਰ ਸੀ ਉਹ ਮੌਜੂਦ ਸੀ ਸਾਰੇ, ਮਾਤਾ ਜੀ ਨੇ, ਭੈਣ ਜੀ, ਵੀਰ ਜੀ। ਸੰਸਕਾਰ ਕਿਸ ਜਗ੍ਹਾ ਤੇ ਕੀਤਾ ਗਿਆ ਫਿਰ? ਕੋਈ ਗੰਨੇ ਦਾ ਖੇਤ ਇਹਨਾਂ ਨੇ ਕੱਟਿਆ ਹੋਇਆ ਸੀ, ਕੋਈ ਨਦੀ ਸੀ, ਉਹ ਨਦੀ ਦੇ ਕਿਨਾਰੇ ਗੰਨੇ ਦਾ ਖੇਤ ਕੱਟ ਕੇ ਸਪੈਸ਼ਲ ਮੂਲਾ ਨਦੀ ਸਪੈਸ਼ਲ ਇਹਨਾਂ ਵਾਸਤੇ ਬਣਾਇਆ ਸੀ। ਉਦੋਂ ਪੂਰੇ ਮਹਾਰਾਸ਼ਟਰ ਵਿੱਚ ਸਾਰਾ ਮਹਾਰਾਸ਼ਟਰ ਸੀਲ ਕੀਤਾ ਹੋਇਆ ਸੀ ਵੀ ਸਿੱਖ ਉਸ ਟਾਈਮ ਤੇ ਕਾਫੀ ਭੜਕੇ ਹੋਏ ਸੀ, ਤੇ ਉੱਥੇ ਇਹਨਾਂ ਦਾ ਸੰਸਕਾਰ ਕੀਤਾ। ਸੰਸਕਾਰ ਭਾਵੇਂ ਉਹਨਾਂ ਕੀਤਾ ਸੀ, ਪ੍ਰਬੰਧ ਉਹਨਾਂ ਦਾ ਸੀ, ਇਸ਼ਨਾਨ ਅਸੀਂ ਕਰਾਇਆ ਸੀ ਤੇ ਗੱਡੀ 'ਚੋਂ ਅਸੀਂ ਉਤਾਰੇ, ਪਿਆਰ ਅਸੀਂ ਕੀਤਾ ਸੀ। ਪਹਿਲੇ ਜਿਹੜੇ ਚੋਲੇ ਉਹ ਸਾਡੇ ਕੋਲ ਅਜੇ ਵੀ ਮੌਜੂਦ ਵਾ, ਤੇ ਉਹ ਬਰਸੀ ਤੇ ਅਸੀਂ ਲੈ ਕੇ ਆਵਾਂਗੇ, ਇੱਥੇ ਪਏ ਆ, ਤੇ ਬਰਸੀ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ। ਤੇ ਹੋਰ ਵੀ ਉਹਨਾਂ ਦੇ ਜਿੱਦਾਂ ਕੇਸ ਵਾ, ਜਿਹੜੇ ਕੰਘੇ ਦੇ ਕੇਸ ਵਾ, ਉਹ ਵੀ ਉਹਨਾਂ ਦੇ ਮੌਜੂਦ ਆ। ਤੇ ਉਹਨਾਂ ਜਿਹੜੀ ਚਿੱਠੀਆਂ ਲਿਖਦੇ ਹੁੰਦੇ ਸੀ ਸਾਈ, ਉਹ ਵੀ ਹੈਗੇ ਸਾਡੇ ਕੋਲ ਸਾਰੇ। ਉਹਨਾਂ ਦੇ ਲੀੜਾ ਕੱਪੜਾ, ਕਮੀਜ਼ਾਂ, ਪੈਂਟਾਂ ਤੇ ਦਸਤਾਰਾਂ ਉਹ ਵੀ ਮੌਜੂਦ ਹੈਗੀਆਂ। ਹਾਂਜੀ ਭਾਈ ਸਾਹਿਬ ਜੀ, ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਜਿਹੜੇ ਉਹਨਾਂ ਨੂੰ ਫਾਂਸੀ ਦਿੱਤੀ ਗਈ, ਜਦ ਸੰਸਕਾਰ ਉੱਥੇ ਹੋਇਆ ਤੇ ਪਰਿਵਾਰ ਨੇ ਜਦ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਜਿਹੜੇ ਇਹਨਾਂ ਦੇ ਸਰੀਰ ਆ ਉਹ ਉਹਨਾਂ ਦੇ ਜੱਦੀ ਪਿੰਡ ਆਉਣੇ ਚਾਹੀਦੇ ਆ, ਜਾਂ ਕੀ ਕੁਝ ਉੱਥੇ ਹੋਇਆ ਇਸ ਚੀਜ਼? ਸਾਰਾ ਕੁਝ ਹੋਇਆ ਜੀ। ਮੈਂ ਉੱਥੇ ਕੋਰਟ ਜੁਡੀਸ਼ੀਅਲ ਦੇ ਵਿੱਚ ਜਾ ਕੇ ਰਿਟ ਪਾਈ ਸੀ ਕਿ ਉਹ ਸਾਨੂੰ ਉਹਨਾਂ ਦੀਆਂ ਅਸਥੀਆਂ ਦਿੱਤੀਆਂ ਜਾਣ, ਤੇ ਕੋਰਟ ਨੇ ਆਰਡਰ ਕਰ ਦਿੱਤੇ ਵੀ ਜਿਹੜੇ ਜੇਲ੍ਹ ਦੇ ਅਧਿਕਾਰ ਖੇਤਰ 'ਚ ਆਉਂਦੇ ਆ, ਅਸੀਂ ਕੁਛ ਨਹੀਂ ਕਰ ਸਕਦੇ। ਜੇਲ੍ਹ ਵਾਲੇ ਦੀ ਉਹਨਾਂ ਦੇ ਜੇਲ੍ਹ ਵਾਲਿਆਂ ਦੇ ਛੁੱਟ ਦਿੱਤੀ ਸੁਪਰਡੈਂਟ ਤੇ, ਤਾਂ ਫਿਰ ਸਾਨੂੰ ਉਹਨਾਂ ਨੇ ਅਸਥੀਆਂ ਨਹੀਂ ਦਿੱਤੀਆਂ ਸਾਨੂੰ, ਤੇ ਬੜਾ ਜ਼ੋਰ ਲਾਉਣ ਤੇ ਵੀ ਜੁਡੀਸ਼ੀਅਲ ਦਾ ਵੀ ਸਹਾਰਾ ਲਿਆ, ਪਰ ਸਾਡੀ ਗੱਲ ਨਹੀਂ ਬਣੀ, ਕਾਮਯਾਬ ਨਹੀਂ ਹੋਏ ਅਸੀਂ। ਭਾਈ ਸਾਹਿਬ, ਜਿਹੜੀਆਂ ਚਿੱਠੀਆਂ ਲਿਖਦੇ ਰਹੇ ਆ ਉਹ ਤੁਹਾਡੇ ਕੋਲ ਹੈਗੀਆਂ ਘਰੇ ਹੁਣ ਇਸ ਵੇਲੇ? ਹਾਂਜੀ, ਚਿੱਠੀਆਂ ਹੈਗੀਆਂ ਜੀ, ਰੱਖੀਆਂ। ਜਿਹੜੀਆਂ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਦੀਆਂ ਅਸਲੀ ਚਿੱਠੀਆਂ ਨਾ, ਅਸਲੀ ਚੀਜ਼ਾਂ ਹੀ ਉਹਨਾਂ ਦੀਆਂ ਦੋ ਕਿਤਾਬਾਂ ਵਾ। ਭਾਈ ਅਸੀਂ ਅੱਤਵਾਦੀ ਨੇ ਇੱਕ ਕਿਤਾਬ ਬਲਜੀਤ ਸਿੰਘ ਖਾਲਸਾ ਨੇ ਲਿਖੀ ਆ, ਇੱਕ ਜੇਲ੍ਹ ਚਿੱਠੀਆਂ ਕਿਤਾਬ ਆ। ਇਹ ਜੋ ਅਸਲੀਅਤ ਵਾ ਇਹਦੇ ਵਿੱਚ ਕੋਈ ਵੀ ਚੀਜ਼ ਬਾਹਰੋਂ ਨਹੀਂ ਪਾਈ ਗਈ, ਸਾਰੀਆਂ ਇਹਨਾਂ ਦੀਆਂ ਹੱਥ ਲਿਖਤੀ ਆ। ਹਾਂਜੀ, ਉਹ ਦੁਕਾਨਾਂ ਤੋਂ ਮਿਲਦੀਆਂ, ਅਸੀਂ ਤੇ ਸਗੋਂ ਆਪ ਲਿਆ ਕੇ ਰੱਖਣੀਆਂ, ਸਾਨੂੰ ਉਹਨਾਂ ਦਿੱਤੀਆਂ ਨਹੀਂ, ਲਿਆ ਕੇ ਰੱਖਦੇ ਆ, ਕੋਈ ਨਾ ਕੋਈ ਮੰਗ ਲੈਂਦਾ। ਜਿਹੜੀਆਂ ਹੁੰਦੀਆਂ ਉਹ ਇਦਾਂ ਕੋਈ ਸਿੰਘ ਸੱਜਣ ਆ ਜਾਂਦੇ ਉਹ ਲੈ ਜਾਂਦੇ ਆ। ਤੇ ਹੁਣ ਕਰਦੇ, ਕੋਸ਼ਿਸ਼ ਕਰਦੇ ਉਹਨਾਂ ਕੋਲ ਮੰਗਾ ਕੇ, ਕਿਸੇ ਵੀ ਸੱਜਣ ਨੇ ਇਹ ਪੜ੍ਹਨੀਆਂ ਹੋਣ ਉਹਨਾਂ ਦੀ ਚਿੱਠੀਆਂ, ਜੇਲ੍ਹ ਚਿੱਠੀਆਂ ਕਿਤਾਬ ਇੱਕ ਹੈਗੀ, ਜੇਲ੍ਹ ਚਿੱਠੀਆਂ ਕਿਤਾਬ ਇੱਕ ਅਸੀਂ ਅੱਤਵਾਦੀ ਨੇ। ਅਸੀਂ ਅੱਤਵਾਦੀ ਨੇ ਜਿਹੜੀ ਉਹ ਕਿਤਾਬ ਆ ਜਿਹਦੇ ਇਹਨਾਂ ਕਾਰਨਾਮੇ ਕੀਤੇ ਆ, ਉਹ ਇਹਨਾਂ ਨੇ ਉਹਨਾਂ ਸਿੰਘਾਂ ਦੇ ਨਾਂ ਵੀ ਇਹਨਾਂ ਨੇ ਕਿਹੜੇ ਕਿਹੜੇ ਸਿੰਘ ਨੇ ਕਿਹੜਾ ਕਿਹੜਾ ਕਾਰਨਾਮਾ ਕੀਤਾ, ਜਿੱਦਾਂ ਜਨਰਲ ਵੈਦਾ ਕਿੰਨੇ ਮਾਰਿਆ, ਜਿੱਦਾਂ ਮਾਕਨ ਕਿੰਨੇ ਮਾਰਿਆ, ਜਨਦਾਸ ਕਿੰਨੇ ਮਾਰਿਆ, ਬੈਂਕ ਡਕੈਤੀ 5 ਕਰੋੜ 70 ਲੱਖ ਵਾਲੀ ਕਿੰਨੇ ਕੀਤੀ ਆ, ਉਹ ਸਾਰੀ ਹੀ ਤਕਰੀਬਨ ਇਹਨਾਂ ਨੇ ਉਹਦੇ ਵਿੱਚ ਦਿੱਤਾ ਆ। ਹਾਂਜੀ, ਭਾਈ ਹਰਜਿੰਦਰ ਸਿੰਘ ਜਿੰਦਾ ਮੈਨੂੰ ਦੱਸਦੇ ਸੀ ਵੀ ਅਸੀਂ 28 ਬੈਂਕ ਡਕੈਤੀਆਂ ਕੀਤੀਆਂ, ਤੇ ਸਾਡਾ ਮਸਲਾ ਇੱਕੋ ਹੀ ਹੁੰਦਾ ਸੀ, ਬੈਂਕ ਡਕੈਤੀ ਉਹ ਕੀਤੀ ਜਾਵੇ ਜਿਹਦੇ ਵਿੱਚ ਕੋਈ ਜਾਨ ਨਾ ਮਾਰੀ ਜਾਵੇ। ਕਈ ਅਸੀਂ ਚੀਜ਼ਾਂ, ਕਈ ਵਾਰੀ ਸਾਨੂੰ ਪੈਸਿਆਂ ਦੀ ਲੋੜ ਹੁੰਦੀ ਸੀ, ਉਹ ਅਸੀਂ ਛੱਡ ਦਿੰਦੇ ਹੁੰਦੇ ਹਾਂ ਵੀ ਉੱਥੇ ਸਾਨੂੰ ਖਤਰਾ ਹੁੰਦਾ ਵੀ ਕੋਈ ਮਾਰਿਆ ਜਾਊਗਾ। ਇੱਕ ਵਾਰੀ ਕਹਿੰਦਾ ਵੀ ਸਾਨੂੰ ਬਹੁਤ ਜ਼ਿਆਦਾ ਸਖਤ ਪੈਸਿਆਂ ਦੀ ਲੋੜ ਸੀ, ਉੱਥੋਂ 10-12 ਲੱਖ ਰੁਪਈਆ ਅਸੀਂ ਵੈਨ 'ਚੋਂ ਆਰਾਮ ਨਾਲ ਲੈ ਸਕਦੇ ਹਾਂ। ਭਾਈ ਉਹ ਸਰਦਾਰ ਕਿਹੜੇ ਕਿਹੜੇ ਦਾੜੇ ਸੀ ਉਹਨਾਂ ਦੇ, ਫਿਰ ਅਸੀਂ ਆਖਿਆ ਵੀ ਨਹੀਂ ਸਾਡੇ ਕੋਲ ਲੈ ਤਾਂ ਅਸੀਂ ਸਕਦੇ ਹਾਂ, ਤੇ ਫਿਰ ਸੋਚਿਆ ਵੀ ਕਿਤੇ ਗੋਲੀ ਚਲਾਉਣੀ ਪੈ ਗਈ ਤਾਂ ਨੁਕਸਾਨ ਹੋ ਜਾਊਗਾ। ਤੇ 28 ਬੈਂਕ ਡਕੈਤੀਆਂ ਇਹਨਾਂ ਕੀਤੀਆਂ, ਜਿਹਦੇ ਵਿੱਚ ਇੱਕ ਵੀ ਆਦਮੀ ਨੇ ਨਾ ਮਾਰਿਆ। ਬਿਲਕੁਲ, ਸੋ ਨਜਾਇਜ਼ ਕਿਸੇ ਦੇ ਉੱਤੇ ਵੀ ਉਹਨਾਂ ਨੇ ਅਟੈਕ ਨਹੀਂ ਕੀਤਾ, ਉਹਨਾਂ ਲੋਕਾਂ ਨੂੰ ਹੀ ਸੋਧਾ ਲਾਇਆ ਜਿਹੜੇ ਦੋਸ਼ੀ ਸੀ। ਅੰਤ ਦੇ ਉੱਤੇ ਭਾਈ ਸਾਹਿਬ ਕੁਝ ਕਹਿਣਾ ਚਾਹੋਗੇ ਦੇਸ਼ ਵਿਦੇਸ਼ ਦੀ ਸੰਗਤ ਨੂੰ? ਜੀ ਹਾਂਜੀ, ਮੈਂ ਤੇ ਕਹਿਣਾ ਕੀ ਆ, ਇੱਕ ਪਿਆਰ ਆ ਜਨਤਾ ਨੂੰ, ਆਪਣੀ ਸਿੱਖ ਕੌਮ ਨੂੰ ਬੇਨਤੀ ਆ,
ਅਰਦਾਸ ਆ ਵੀ ਸਾਡਾ ਦੁੱਖ ਸੁੱਖ ਵੇਲੇ ਸਾਥ ਵੀ ਦਿੰਦੇ ਰਹੇ ਆ। ਹੁਣ ਇਹ ਆ ਵੀ ਸਾਡੇ ਤੇ ਕੁਝ ਜ਼ਿੰਮੇਵਾਰੀਆਂ ਜੀਆਂ ਪੈ ਗਈਆਂ ਵਾ, ਪਰ ਘਰੇਲੂ ਪਰਿਵਾਰ ਹੋਣ ਕਰਕੇ ਮਾਤਾ ਜੀ ਚਲ ਗਏ ਆ, ਪਿਤਾ ਜੀ ਚਲ ਗਏ ਆ, ਭਰਾਵਾਂ ਤੇ ਬੋਝ ਆ। ਅਸੀਂ ਇਹ ਚਾਹੁੰਦੇ ਆ ਵੀ ਬਰਸੀ ਬਣਾਈ ਜਾਵੇ, ਵੱਡੇ ਪੱਧਰ ਤੇ ਬਣਾਈ ਜਾਵੇ, ਤੇ ਕੋਈ ਇਹੋ ਜੀ ਕਮੇਟੀ, ਕੋਈ ਇਹੋ ਜੀ ਸੰਸਥਾ ਜਿਹੜੀ ਨਿਰਪੱਖ ਸਾਰੇ ਉਹਨੂੰ ਸਿੱਖ ਕੌਮ ਮਾਨਤਾ ਦਿੰਦੀ ਹੋਵੇ, ਇਹੋ ਜਿਹਾ ਕੋਈ ਪ੍ਰੋਗਰਾਮ ਬਣ ਜੇ ਕਿ ਜਿਹੜਾ ਪਰਿਵਾਰ ਤੇ ਵਰਸੀ ਦਾ ਬੋਝ ਨਾ ਪਵੇ, ਤਾਂ ਕਿ ਅਸੀਂ ਬੱਚਿਆਂ ਦਾ ਆਪਣਾ ਪਾਲਣ ਪੋਸ਼ਣ ਕਰਨਾ ਤੇ ਇਹ ਵੱਡੇ ਪੱਧਰ ਤੇ ਮਨਾਈ ਜਾਵੇ। ਕੋਈ ਸਿੱਖ ਕੌਮ ਦੇ ਸੂਝਵਾਨ ਲੀਡਰ ਜਾਂ ਪੰਥ ਦੇ ਨੁਮਾਇੰਦੇ ਜਾਂ ਕੋਈ ਵੀ ਸ਼੍ਰੋਮਣੀ ਕਮੇਟੀ ਜਾਂ ਕੋਈ ਵੀ ਸੰਸਥਾ ਜਿਹਨੂੰ ਪੰਥ ਮਾਨਤਾ ਦਿੰਦਾ ਵਾ, ਇਹ ਉਹਦੀ ਅੱਗੇ ਹੋ ਕੇ ਅਗਵਾਈ ਕਰਨ ਤੇ ਸਾਡੇ ਤੋਂ ਇਹ ਅਸੀਂ ਚ ਦਾਲ ਰੋਟੀ ਸੇਵਾ ਦੀ ਕਰ ਸਕਦੇ ਹਾਂ, ਛੋਟਾ ਮੋਟਾ ਸਮਾਗਮ ਕਰ ਸਕਦੇ ਹਾਂ। ਵੱਡੇ ਪੱਧਰ ਤੇ ਜਿਹੜੀ ਬਰਸੀ ਆ ਉਹ ਅਸੀਂ ਪਰਿਵਾਰ ਤੌਰ ਤੇ ਮਨਾ ਨਹੀਂ ਸਕਦੇ। ਅਸੀਂ ਸਾਡੀ ਚ ਸਿੱਖ ਕੌਮ ਨੂੰ ਬੇਨਤੀ ਆ ਵੀ ਇਹ ਮਹਾਨ ਸ਼ਹੀਦ ਆ, ਅਸੀਂ ਵੀ ਮੰਨਦੇ ਹਾਂ ਸਿੱਖ ਕੌਮ ਦੇ ਮਹਾਨ ਸ਼ਹੀਦ ਆ, ਇਹਨਾਂ ਬਾਰੇ ਸੋਚਿਆ ਜਾਵੇ, ਇਹਦੀ ਬਰਸੀ ਬਾਰੇ ਸੋਚਿਆ ਜਾਵੇ, ਤਾਂ ਕਿ ਪਰਿਵਾਰ ਤੇ ਕੋਈ ਵੀ ਬੋਝ ਨਾ ਬਣੇ ਤੇ ਸਿੱਖ ਕੌਮ ਖੁਦ ਬਣਾਵੇ। ਜੇਕਰ ਗੱਲ ਕਰੀਏ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਹੋਰਾਂ ਦੀ ਯਾਦ ਦੇ ਵਿੱਚ ਪਿੰਡ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਜਾਂ ਕੋਈ ਚੀਜ਼ ਬਣੀ ਹੋਈ ਆ? ਇਸ ਤਰ੍ਹਾਂ ਜੀ ਸਾਡੇ ਪਿੰਡ ਵਿੱਚ ਉਹਨਾਂ ਦੀ ਯਾਦਗਾਰੀ ਗੇਟ ਬਣਿਆ ਹੋਇਆ ਵਾ, ਉਹ ਵੀ ਸਾਡੀ ਮਾਤਾ ਦੇ ਦਿਲ ਦੇ ਵਿੱਚ ਖਾਸ ਸੀ ਵੀ ਉਹਨਾਂ ਦੀ ਕੋਈ ਯਾਦਗਾਰ ਬਣਾਈ ਜਾਵੇ, ਤੇ ਉਹਨਾਂ ਦੇ ਉਦਮ ਸਦਕਾ ਹੀ ਉਹ ਜਿਹੜੀ ਯਾਦਗਾਰ ਉਹਨਾਂ ਦਾ ਗੇਟ ਬੜਾ ਸੋਹਣਾ ਪਿੰਡ ਦੇ ਵਿੱਚ ਤੁਸੀਂ ਮੁੱਖ ਗੇਟ ਦਰਵਾਜ਼ੇ ਤੇ ਵੇਖਿਆ ਹੋਵੇਗਾ, ਬੜਾ ਸੁੰਦਰ ਗੇਟ ਬਣਿਆ ਵਾ। ਤੇ ਅਸੀਂ ਵੀ ਚਾਹੁੰਦੇ ਆ, ਮੈਂ ਤੇ ਇਹ ਵੀ ਚਾਹੁੰਦਾ ਵੀ ਸਾਡੀ ਮਾਤਾ ਜੀ ਉਹ ਹਰਜਿੰਦਰ ਸਿੰਘ ਹੋਣੀ ਕਹਿੰਦੇ ਸੀ ਸਾਡੀ ਰੱਬ ਵਰਗੀ ਮਾਂ, ਰੱਬ ਵਰਗੀ ਮਾਂ, ਤੇ ਜੋ ਉਹ ਇਹਨੇ ਸ਼ਹੀਦ ਮਾਂ ਨੂੰ ਰੱਬ ਵਰਗੀ ਮਾਂ, ਤੇ ਉਹਨਾਂ ਦੀ ਵੀ ਕੋਈ ਸਦੀਵੀ ਕੋਈ ਯਾਦ ਜਿਹੜੀ ਸਿੱਖ ਕੌਮ ਨੂੰ ਜ਼ਰੂਰ ਬਣਾਉਣੀ ਚਾਹੀਦੀ ਆ। ਭਾਵੇਂ ਕੋਈ ਵੀ ਸੋਚ ਨਾਲ ਕੋਈ ਟਰਸਟ ਬਣਾ ਦਿੱਤਾ ਜਾਵੇ, ਕੋਈ ਕਾਲਜ ਬਣਾ ਦਿੱਤਾ ਜਾਵੇ, ਕੋਈ ਤਕਨੀਕੀ ਬਣਾ ਦਿੱਤਾ ਹੋਵੇ, ਤਾਂ ਕਿ ਮਾਤਾ ਵੀ ਜੇ ਰੱਬ ਵਰਗੀ ਮਾਤਾ, ਤੇ ਰੱਬ ਵਰਗੀ ਮਾਤਾ ਬਾਰੇ ਸੋਚਣਾ ਜ਼ਰੂਰ ਚਾਹੀਦਾ। ਬਿਲਕੁਲ, ਉਹ ਮਾਤਾ ਜਿਸ ਨੇ ਇੰਨੇ ਵੱਡੇ ਯੋਧੇ ਨੂੰ, ਸੂਰਮੇ ਨੂੰ ਜਨਮ ਦਿੱਤਾ, ਜਿਸ ਨੇ ਬਿਲਕੁਲ ਮੌਤ ਦੀ ਪਰਵਾਹ ਆਖਰੀ ਦਮ ਤੱਕ ਨਹੀਂ ਕੀਤੀ, ਤੇ ਇਸ ਕਾਨੂੰਨ ਨੂੰ ਜਿਹੜਾ ਆ ਉਹ ਟਿੱਚ ਜਾਣਿਆ ਤੇ ਹੱਸਦਿਆਂ ਹੋਇਆ ਫਾਂਸੀ ਦਾ ਰੱਸਾ ਜਿਹੜਾ ਉਸ ਨੂੰ ਚੁੰਮਿਆ। ਜੀ ਭਾਈ ਸਾਹਿਬ ਕੁਝ ਕਹਿਣਾ ਚਾਹੁੰਦੇ ਸੀ? ਮਾਤਾ ਜੀ ਉਹਨਾਂ ਦਾ ਵਿਚਾਰ ਸੀ, ਇੱਥੇ ਗੇਟ ਬਣਿਆ ਨਾ ਭਾਈ ਜਿੰਦੇ ਤੇ ਭਾਈ ਸੁਖੇ ਦਾ, ਮਾਤਾ ਜੀ ਦਾ ਵਿਚਾਰ ਹੀ ਵੀ ਉੱਥੇ ਕਮ ਸੋ ਕਮ ਕੋਈ ਨਾ ਕੋਈ ਚੀਜ਼ ਇੱਥੇ ਬਣ ਜੇ, ਜਾਂ ਕੋਈ ਜਿੱਦਾਂ ਭਾਈ ਸਾਹਿਬ ਹੋਣਾ ਦੱਸਿਆ ਕੋਈ ਹਸਪਤਾਲ ਬਣ ਜੇ ਜਾਂ ਕਾਲਜ ਬਣ ਜੇ ਜਾਂ ਕੁਝ ਵੀ ਬਣ ਜੇ, ਤੇ ਜਾਂ ਉਹਨਾਂ ਦੇ ਨਾਂ ਦੇ ਇੱਥੇ ਲੰਗਰ ਚੱਲਦਾ ਰਹੇ ਜੀ। ਮਾਤਾ ਜੀ ਦੀ ਕੋਸ਼ਿਸ਼ ਇਹ ਵੀ ਮੈਂ ਆਪਣੇ ਹੱਥੀਂ ਲੰਗਰ ਚਲਾਵਾਂ। ਚਲੋ ਆਪਣਾ ਘਰੇਲੂ ਪਰਿਵਾਰ ਹੋਣ ਕਰਕੇ ਜਿੰਨੇ ਕੁ ਹਿੰਮਤੀ ਉਹਨਾਂ ਕੇ ਬੰਦਾ ਕਰਦਾ, ਤੇ ਨਹੀਂ ਉਹਨਾਂ ਦੇ ਉਹ ਤਕਰੀਬਨ ਨਹੀਂ ਲੰਗਰ ਚੱਲ ਨਹੀਂ ਸਕਿਆ। ਸਾਡੇ ਹੁਣ ਵੀ ਮਨ 'ਚ ਆਉਂਦਾ ਰਹਿੰਦਾ ਵੀ ਚਲੋ ਉਹ ਯੋਧਿਆਂ ਦੇ ਨਾਂ 'ਤੇ ਉੱਥੇ ਲੰਗਰ ਚੱਲਦਾ ਰਹੇ। ਉਹ ਹਰ ਥਾਂ 'ਤੇ ਲੰਗਰ ਆਮ ਜਗ੍ਹਾ 'ਤੇ ਲੱਗੇ ਹੁੰਦੇ ਆ, ਤੇ ਇੱਥੇ ਵੀ ਚੱਲਦਾ ਰਹੇ ਲੰਗਰ, ਤੇ ਬਹੁਤ ਵਧੀਆ ਗੱਲ ਆ। ਬਿਲਕੁਲ, ਸੋ ਆਸ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਵਾ ਜਦ ਵੀ ਇਸ ਪ੍ਰੋਗਰਾਮ ਨੂੰ ਦੇਖਣਗੀਆਂ ਤਾਂ ਪਰਿਵਾਰ ਨਾਲ ਜ਼ਰੂਰ ਸੰਪਰਕ ਕੀਤਾ ਜਾਊਗਾ। ਸਿੱਖ ਚੈਨਲ ਦੇ ਉੱਤੇ ਸੰਪਰਕ ਕਰਕੇ ਤੁਸੀਂ ਪਰਿਵਾਰ ਨਾਲ ਸੰਪਰਕ ਜਿਹੜਾ ਆ ਉਹ ਬਣਾ ਸਕਦੇ ਹੋ। ਅੱਜ ਅਸੀਂ ਪਹੁੰਚੇ ਸੀਗੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਹੋਰਾਂ ਦੇ ਪਿੰਡ ਗਦਲੀ, ਜਿਹੜਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਆ, ਤੇ ਉਹਨਾਂ ਦੇ ਦੋਨੋਂ ਭਰਾ, ਵੱਡੇ ਭਰਾ ਜਿਹੜੇ ਆ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ, ਉਹਨਾਂ ਦੇ ਜੀਵਨ ਦੇ ਸਬੰਧ ਦੇ ਵਿੱਚ ਗੱਲਬਾਤ ਕੀਤੀ। ਜੋ ਉਹਨਾਂ ਨੇ ਕੀਤਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਸ ਦੇ ਉੱਤੇ ਦੋਨੋਂ ਭਾਈ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ। ਸੋ ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਵੇਗਾ। ਤੇ ਜਿਸ ਤਰ੍ਹਾਂ ਸ਼ਹੀਦ ਸਿੰਘਾਂ ਦੇ ਜੀਵਨ ਦੇ ਸੰਬੰਧ ਦੇ ਵਿੱਚ ਅਸੀਂ ਤੁਹਾਨੂੰ ਵੱਖ-ਵੱਖ ਡਾਕੂਮੈਂਟਰੀਆਂ ਰਾਹੀਂ ਦੱਸਦੇ ਰਹਿੰਦੇ ਹਾਂ, ਉਸੇ ਤਰ੍ਹਾਂ ਹੀ ਪ੍ਰੋਗਰਾਮ ਸਿੰਘ ਸੂਰਮੇ ਦੇ ਵਿੱਚ ਅੱਜ ਅਸੀਂ ਇੱਕ ਸੂਰਮੇ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਤੇ ਤੁਹਾਨੂੰ ਉਸ ਸੂਰਮੇ ਦੇ ਬਾਬਤ ਸਾਰੀ ਜਾਣਕਾਰੀ ਦਿੱਤੀ। ਸੋ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।